ਸਤਿਕਾਰਯੋਗ ਡਾਕਟਰ ਕਰਮਦੀਪ ਸਿੰਘ ਜੀ ਯੂਕੇ ਇੰਗਲੈਂਡ ਵਾਲੇ, ਉਹਨਾਂ ਦੇ ਘਰ ਠਹਿਰੇ ਹੋਏ ਨੇ ਤੇ ਦਾਸ ਤੱਕ ਗੱਲ ਪੁੱਜੀ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕਰਕੇ ਅੱਜ ਦੀ ਕਥਾ ਦੀ ਸੇਵਾਵਾਂ ਉਹਨਾਂ ਤੋਂ ਲਈਆਂ ਨੇ ਤੇ ਸਤਿਗੁਰੂ ਰਹਿਮਤ ਕਰਨ, ਸੁੰਦਰ ਪ੍ਰਮਾਣ ਦੇ ਕੇ ਵਿਦਵਤਾ ਭਰਪੂਰ ਕਥਾ ਕਰਦੇ ਹਨ। ਟਿਕ ਕੇ ਕਥਾ ਦਾ ਆਨੰਦ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣਹੁ ਆਪੇ। हम रुलते फिरते कोई बात न पूछता, गुर सतगुर संग कीड़े हम थापे। बेसुमार अथाह अगनत अतोलै, ज्यो बुलावो त्यों नानक दास बोलै। आगम अगोचर सच साहिब मेरा, नानक बोलै बोलाया तेरा। शवर शतर तखत दे मालिक, हाजरा हजूर ज़ाहिरा ज़हूर, सर्ब कला भरपूर, दो जहाने वाली, शब्द गुरु अवतार। धन 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 श्री गुरु ग्रंथ साहिब जी महाराज जी दी निੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ। ਨਿਮਾਣਿਓ ਕੇ ਮਾਨ ਸਤਿਗੁਰੂ, ਨਿਤਾਣਿਓ ਕੇ ਤਾਣ ਸਤਿਗੁਰੂ, ਨੇ ਓਟਿਓ ਕੇ ਓਟ ਸਤਿਗੁਰੂ, ਨੇ ਆਸਰਿਓ ਕੇ ਆਸਰੇ ਸਤਿਗੁਰੂ, ਨੇ ਪੱਤਿਓ ਕੇ ਪਤ ਸਤਿਗੁਰੂ, निगत्यों के गत सतगुरु, ने धिरियों के धिर सतगुरु, नि चीजियों के चीज सतगुरु, नि लज्जियों के लज सतगुरु, करुणा निधान सतगुरु, पतित पावन सतगुरु, दीना बंधु सतगुरु, दीन दयाल सतगुरु। धन 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 सच्चे पातशाह श्री गुरु तेग बहादुर महाराज जी दे पावन पवित्र अस्थान ते नतमस्तक हो रही सारिया संगतां दियां हाजरियां महाराज अपने चरनां दे विच प्रवान करो। आप जी दया करो, तरस करो, त्रुठो, मेहर करो। अपने बच्चियां पासों अपनी सेवा आप लो महाराज। चल रही लड़ीवार कथा इस पावन पवित्र स्थान ते आप सारियां संगतां बहुत ही प्रेम, शरदा, विश्वास, भरोसे नाल रोज़ाना अंमृत वेले दे दीवाना विच श्रवण कर रहे हैं। दुनिया दे कोने कोने ते बच्चा, बजुर्ग, माइयां, भैणां, भरावां, ये अस्थान किसी इंट्रोडक्शन का मुहताज नहीं। इत्थों दे बलिदान, इत्थों दी कुर्बानियाँ उन्हां मुल्कां तक, उन्हां थावां तक, उन्हां खंडां ब्रह्मंडां तक भी पहुँचियां होईयां जिथों तक साडी सोच भी नहीं पहुँच सकती। साध संगत जी, धन सच्चे पातशाह गुरु तेग बहादुर जी महाराज। तेग बहादुर हिंद दी चादर। आओ
ਗੁਰ ਸ਼ਬਦ ਕਥਾ ਨਾਲ ਜੁੜਨ ਦਾ ਯਤਨ ਕਰੀਏ। ਆਪ ਸਾਰਿਆਂ ਨੇ ਸਿਰ 'ਤੇ ਹੱਥ ਰੱਖ ਕੇ ਆਪਣੇ ਬੱਚੇ ਆਪਣੇ ਕੁੱਕਰ ਪਾਸੋਂ ਆਪ ਸੇਵਾ ਲੈਣੀ। ਅੱਜ ਦਾ ਸ਼ਬਦ ਗੁਰੂ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ 375 375 ਅੰਗ 'ਤੇ ਸੁਸ਼ੋਭਿਤ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ। ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਹਾਨ ਸ਼ਖਸੀਅਤ, ਸਾਰੀ ਦੁਨੀਆ ਜਿਨ੍ਹਾਂ ਦੀ ਕਥਾ ਸੁਣ ਸੁਣ ਕੇ ਵੱਡੀ ਹੋਈ ਹੈ, ਸੁਣ ਸੁਣ ਕੇ ਆਪਣੇ ਦਫ਼ਤਰਾਂ ਨੂੰ ਜਾਂਦੇ ਹੋਏ, ਆਪਣੇ ਸਕੂਲਾਂ ਕਾਲਜਾਂ ਨੂੰ ਜਾਂਦੇ ਹੋਏ, ਆਪਣੀ ਗੱਡੀਆਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬ ਜੀ, ਉਹਨਾਂ ਦੀ ਕਥਾ ਸੁਣ ਸੁਣ ਕੇ ਆਪਾਂ ਸਾਰੇ ਬੱਚੇ ਵੱਡੇ ਹੋਏ ਹਾਂ। ਸਾਧ ਸੰਗਤ ਜੀ, ਇਸੀ ਆਸ ਦੇ ਨਾਲ, ਅਰਦਾਸ ਦੇ ਨਾਲ ਕਥਾ ਆਰੰਭ ਕਰਦੇ ਹਾਂ ਕਿ ਮਾਨਯੋਗ ਹੈਡ ਗ੍ਰੰਥੀ ਸਾਹਿਬ ਜੀ ਆਪਣਾ ਬੱਚਾ ਸਮਝ ਕੇ ਸਾਡੇ ਕੋਲੋਂ ਕੋਈ ਗਲਤੀਆਂ ਪਹਿਲੇ ਤੇ ਹੋਣ ਨਹੀਂ ਦੇਣਗੇ, ਜੇ ਗਲਤੀਆਂ ਹੋ ਗਈਆਂ ਤੇ ਬਖਸ਼ ਲੈਣਗੇ। ਵਾਹਿਗੁਰੂ। ਆਸਾ ਮਹੱਲਾ ਪੰਜਵਾ। ਸਾਧ ਸੰਗਤ ਜੀ, ਜਦੋਂ ਆਸਾ ਰਾਗ ਦੀ ਆਰੰਭਤਾ ਹੋਈ ਹੋਣੀ ਹੈ, ਜ਼ਰੂਰ ਆਸਾ ਰਾਗ ਦੇ ਬਾਰੇ ਸਿੰਘ ਸਾਹਿਬਾਨਾਂ ਨੇ ਆਪ ਜੀ ਨੂੰ ਦੱਸਿਆ ਹੋਣਾ ਹੈ। ਟੂਕ ਮਾਤਰ ਕੁਛ ਨਵੀਂ ਸੰਗਤ ਜਿਨ੍ਹਾਂ ਨੇ ਆਸਾ ਰਾਗ ਦੀ ਆਰੰਭਤਾ ਦੀ ਕਥਾ ਸ਼ਾਇਦ ਨਾ ਸੁਣੀ ਹੋਵੇ। ਆਸਾ ਰਾਗ ਗੁਰਬਾਣੀ ਦੇ ਨਾਲ ਹੀ ਇਸ ਰਾਗ ਦੀ ਆਰੰਭਤਾ ਹੁੰਦੀ ਹੈ। ਕਹਿਣ ਦਾ ਭਾਵ ਹਿੰਦੁਸਤਾਨੀ ਸੰਗੀਤ ਦੇ ਵਿੱਚ ਆਸਾ ਰਾਗ ਕਦੀ ਨਹੀਂ ਸੀਗਾ। ਇਹ ਰਾਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਿਆਰ ਕੀਤਾ, ਬਣਾਇਆ, ਔਰ ਇਸ ਰਾਗ ਦੇ ਵਿੱਚ ਬੇਅੰਤ ਗੁਰਬਾਣੀ ਉਚਾਰਨ ਕੀਤੀ। ਇਹ ਰਾਗ ਦਾ ਠਾਠ ਬਿਲਾਵਲ ਹੈਗਾ। ਸੰਗੀਤਕਾਰ ਦੁਨੀਆ ਦੇ ਲੋਕਾਂ ਨੂੰ ਸਮਝ ਆ ਜਾਏਗਾ ਆਸਾਨੀ ਨਾਲ। ਇਸ ਰਾਗ ਦੇ ਬਾਰੇ ਦੱਸਣ ਦਾ ਇੱਕ ਮੰਤਵ ਇਹ ਹੈਗਾ ਸਾਧ ਸੰਗਤ ਜੀ, ਇਹ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਇੱਕ ਖਾਸ ਮਕਸਦ ਦੇ ਨਾਲ ਬਣਾਇਆ ਗਿਆ। 6 ਗੁਰੂ ਸਾਹਿਬਾਨਾਂ ਨੇ ਇਸ ਰਾਗ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ। ਇਹ ਰਾਗ ਸਾਧ ਸੰਗਤ ਜੀ ਪੋਜ਼ਿਟਿਵਿਟੀ ਦਾ ਰਾਗ ਹੈ, ਇੰਸਪੀਰੇਸ਼ਨਲ ਰਾਗ ਹੈ, ਟੁੱਟਿਆਂ ਹੋਇਆਂ ਮਨਾਂ ਨੂੰ ਜੋੜਨ ਵਾਲਾ ਰਾਗ ਹੈ, ਹਾਰੇ ਹੋਏ ਬੰਦਿਆਂ ਨੂੰ ਜਿੱਤ ਵੱਲ ਤੋਰਨ ਵਾਲਾ ਰਾਗ ਹੈ। ਇਸ ਰਾਗ ਦੇ ਸ਼ਬਦ ਗੁਰਬਾਣੀ ਕੀਰਤਨ ਨੂੰ ਸੁਣ ਕੇ ਹਾਰੇ ਹੋਏ ਮਨ ਵੀ ਜਿੱਤ ਵਾਲੇ ਪਾਸੇ ਤੁਰਨਾ ਸ਼ੁਰੂ ਕਰ ਦਿੰਦੇ ਨੇ। ਇਤਿਹਾਸ ਦੇ ਵਿੱਚ ਬਹੁਤ ਥਾਵਾਂ 'ਤੇ ਪ੍ਰਮਾਣ ਆਏ ਨੇ। ਇੱਕ ਪ੍ਰਮਾਣ ਤਕਰੀਬਨ ਸੰਗਤਾਂ ਨੂੰ ਪਤਾ ਵੀ ਹੈ। ਜੋ ਹੁਕਮ ਗੁਰੂ ਮਹਾਰਾਜ ਵੱਲੋਂ ਹੋਏ ਕਿ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਵੇ, ਉਹਦਾ ਬਹੁਤ ਵੱਡਾ ਮੰਤਵ, ਇਸ਼ਾਰਾ ਇਹੀ ਸੀ ਕਿ ਸ਼ੁਰੂਆਤ ਦਿਨ ਦੀ ਸਾਰੀ ਨੈਗੇਟਿਵਿਟੀ ਤੋਂ ਪਰੇ ਹੋ ਕੇ ਇੱਕ ਚੰਗੇ ਮਨ ਦੇ ਨਾਲ, ਦ੍ਰਿੜਤਾ ਵਾਲੇ ਭਾਵ ਦੇ ਨਾਲ, ਇੱਕ ਇਹੋ ਜਿਹੇ ਅਹਿਸਾਸ ਨਾਲ ਆਰੰਭ ਹੋਵੇ ਦਿਨ ਕਿ ਭਾਵੇਂ ਦਿਨ ਦੇ ਵਿੱਚ ਜਿੰਨੀਆਂ ਮਰਜ਼ੀਆਂ ਮੁਸ਼ਕਿਲਾਂ ਹੋਣ, ਮਹਾਰਾਜ ਕਿਰਪਾ ਕਰਿਓ, ਸਫਲਤਾਵਾਂ ਬਖਸ਼ਿਓ, ਡੋਲਣ ਨਾ ਦਿਓ। ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਇੱਕ ਪਾਸੇ ਸਰਸਾ ਨਦੀ ਦੇ ਵਿੱਚ ਵਿਛੋੜਾ ਹੋਣ ਲੱਗਾ, ਆਨੰਦਪੁਰ ਦਾ ਕਿਲ੍ਹਾ ਛੱਡ ਚੁੱਕੇ ਨੇ, ਪਿੱਛੇ ਭਾਰੀ ਮੁਗਲ ਫੌਜ ਚੜ੍ਹੀ ਹੋਈ ਹੈ ਹਮਲਾ ਕਰਨ ਨੂੰ।
ਪਰ ਧੰਨ ਕਲਗੀਆਂ ਵਾਲੇ ਸਤਿਗੁਰੂ ਦਸ਼ਮੇਸ਼ ਗੁਰੂ ਮਹਾਰਾਜ ਸੰਗਤ ਨੂੰ ਬਚਨ ਕਰਦੇ ਨੇ, ਅੰਮ੍ਰਿਤ ਵੇਲਾ ਹੋਇਆ, ਆਓ ਆਸਾ ਦੀ ਵਾਰ ਦਾ ਕੀਰਤਨ ਕਰੀਏ, ਫਿਰ ਅਗਲੇ ਪੜਾਅ 'ਤੇ ਚੱਲੋਗੇ। ਧੰਨ ਕਲਗੀਆਂ ਵਾਲੇ ਸਤਿਗੁਰੂ ਜੀ ਦੀ ਦ੍ਰਿੜਤਾ ਔਰ ਉਹ ਬਚਨ ਆਸਾ ਰਾਗ ਦੇ ਨਾਲ ਸੰਗਤ ਨੂੰ ਵੀ ਪੱਕੇ ਕਰਨ ਵਾਲਾ ਰਾਗ ਗੁਰੂ ਮਹਾਰਾਜ ਨੇ ਗੁਰਸਿੱਖਾਂ ਦੀ ਝੋਲੀ ਦੇ ਵਿੱਚ ਪਾਇਆ। ਇਸ ਤੋਂ ਪਹਿਲੇ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲੇ ਇਹ ਰਾਗ ਐਗਜ਼ਿਸਟ ਨਹੀਂ ਕਰਦਾ ਸੀ, ਹੋਂਦ ਵਿੱਚ ਨਹੀਂ ਸੀ। ਦੋ ਸਰੂਪ ਨੇ ਇਹਦੇ, ਕਾਫੀ ਤੇ ਆਸਾਵਰੀ। ਬਾਕੀ ਬਹੁਤੀ ਡੀਟੇਲ 'ਚ ਸੰਗੀਤ ਵਾਲੇ ਲੋਕ ਜਾਣਦੇ ਨੇ। ਆਸਾ ਮਹੱਲਾ ਪੰਜਵਾ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਆਪ ਨੂੰ, ਦੇਖੋ ਕਿੰਨੀ ਨਿਮਰਤਾ ਮਹਾਰਾਜ ਦੇ ਵਿੱਚ। ਮਹੱਲਾ ਦਾ ਆਖਰੀ ਅਰਥ ਸਾਧ ਸੰਗਤ ਜੀ ਹੁੰਦਾ ਹੈ ਇਸਤਰੀ, ਵਾਈਫ। ਮਹੱਲਾ, ਮਹਿਲ। ਆਪਾਂ ਆਮ ਕਹਿ ਦਿੰਦੇ ਹਾਂ ਕਿ ਗੁਰੂ ਸਾਹਿਬ ਦੇ ਮਹਿਲ ਵੀ ਗੁਰੂ ਸਾਹਿਬ ਦੇ ਨਾਲ ਸੀਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਆਪ ਨੂੰ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਇਸਤਰੀ ਬਣਾ ਕੇ, ਸਮਝ ਕੇ, ਸੰਬੋਧਨ ਕਰਕੇ ਇਹ ਗੁਰਬਾਣੀ ਦਾ ਸ਼ਬਦ ਉਚਾਰਨ ਕਰਦੇ ਨੇ ਸਾਧ ਸੰਗਤ ਜੀ। ਇੱਕ ਛੋਟਾ ਜਿਹਾ ਕੰਪੈਰੀਜ਼ਨ, ਜਿਨ੍ਹਾਂ ਵੀਰਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਗੁਰਬਾਣੀ ਪੜ੍ਹਦੇ ਨੇ, ਆਪਾਂ ਨਿਤਨੇਮ ਦੇ ਵਿੱਚ ਸ਼੍ਰੀ ਜਾਪ ਸਾਹਿਬ ਜੀ ਦੀ ਗੁਰਬਾਣੀ, ਸ਼੍ਰੀ ਚੌਪਈ ਸਾਹਿਬ, ਸ਼੍ਰੀ ਤਵਾ ਪ੍ਰਸਾਦ ਸਵਈਏ। ਜਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਗੁਰਬਾਣੀ ਪ੍ਰਾਰੰਭ ਕਰਦੇ ਨੇ, ਮਹਾਰਾਜ ਵਰਤਦੇ ਨੇ ਪਾਤਸ਼ਾਹੀ 10ਵੀਂ। ਆਪਾਂ ਜੇ ਨੋਟ ਕਰੋਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿੱਚ ਪਾਤਸ਼ਾਹੀ ਵਰਡ ਵਰਤਿਆ ਗਿਆ ਮਹਾਰਾਜ ਨੇ ਆਪਣੇ ਵਾਸਤੇ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੱਕ ਸਾਰੀ ਗੁਰਬਾਣੀ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਪੰਜਵਾ। ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਪਰਮੇਸ਼ਵਰ ਸਰੂਪ ਆਪਣੇ ਆਪ ਨੂੰ ਜ਼ਾਹਿਰ ਕਰਕੇ ਪਾਤਸ਼ਾਹੀ ਵਰਡ ਵਰਤਿਆ ਗਿਆ। ਔਰ ਗੁਰੂ ਮਹਾਰਾਜ ਨੇ ਕਿਉਂਕਿ ਖਾਲਸੇ ਨੂੰ ਤਿਆਰ ਕਰਨਾ ਸੀ ਤੇ ਗੁਰਬਾਣੀ ਨੂੰ ਵੀ ਉਹੀ ਸਰੂਪ ਦਿੱਤਾ ਜੋ ਖਾਲਸੇ ਨੂੰ ਦੇਣਾ ਚਾਹੁੰਦੇ ਸੀ। ਖਾਲਸਾ ਮੇਰੋ ਰੂਪ ਹੈ ਖਾਸ, ਪਾਤਸ਼ਾਹੀਆਂ ਦਿੱਤੀਆਂ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਹਰ ਸੇਵਾ ਮਹਿ ਪਰਮ ਨਿਧਾਨ। ਸਾਧ ਸੰਗਤ ਜੀ, ਆਖਰੀ ਅਰਥ ਗੁਰਮੁਖੀ ਭਾਸ਼ਾ ਦੇ ਵਿੱਚ, ਗੁਰਮੁਖੀ ਲਿਪੀ ਦੇ ਵਿੱਚ, ਹਰ ਸੇਵਾ ਮਹਿ ਪਰਮ ਨਿਧਾਨ। ਹਰੀ ਦੀ ਸੇਵਾ, ਪਰਮੇਸ਼ਵਰ ਦੀ ਸੇਵਾ, ਗੁਰੂ ਦੀ ਸੇਵਾ, ਗੁਰਸਿੱਖਾਂ ਦੀ ਸੇਵਾ, ਇਹ ਸੇਵਾ ਦੇ ਵਿੱਚ ਸਭ ਤੋਂ ਵੱਡੇ ਖਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ। ਥੋੜ੍ਹਾ ਜਿਹਾ ਇਤਿਹਾਸ ਨੂੰ ਵਾਚੀਏ। ਭਾਈ ਲਹਿਣਾ ਜੀ ਆ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ, ਔਰ ਹਰੀ ਦੀ ਸੇਵਾ ਕਰਕੇ, ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਕੇ ਸਾਰੇ ਖਜ਼ਾਨਿਆਂ ਦੇ ਮਾਲਕ ਬਣ ਗਏ। ਮੰਗਣ ਵਾਲੇ ਨੂੰ ਦਾਤਾ ਬਣਾ ਦਿੰਦੇ ਹੈ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੇਵਾ ਲੈ ਕੇ। ਸਾਡੇ ਬਹੁਤ ਹੀ ਸਨਮਾਨਯੋਗ ਹੈ ਗ੍ਰੰਥੀ ਸਾਹਿਬ ਜੀ ਨੇ ਇੱਕ ਪਰਿਵਾਰ ਦਾ ਜ਼ਿਕਰ ਕੀਤਾ ਕਥਾ ਦੀ ਆਰੰਭਤਾ ਦੇ ਸਮੇਂ। ਸਾਧ ਸੰਗਤ ਜੀ, ਗੁਰੂ ਮਹਾਰਾਜ ਹਾਜ਼ਰ ਨਾਜ਼ਰ ਨੇ 40, 45, 50 ਸਾਲ ਬਿਨਾਂ ਨਾਗਾ, ਮੀਂਹ ਹੋਵੇ, ਝੱਖੜ ਹੋਵੇ, ਬਹੁਤ ਪਰਿਵਾਰ ਇਹੋ ਜਿਹੇ ਬੈਠੇ ਨੇ, ਬਹੁਤ ਪਰਿਵਾਰ ਸ਼ਾਇਦ ਇੱਥੇ ਮੌਜੂਦ ਵੀ ਨਹੀਂ ਹੋਣਗੇ,
ਜਿਨ੍ਹਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਤੁਰਠ ਕੇ ਲੈ ਕੇ ਆਉਂਦੇ ਨੇ, ਆਪਣੇ ਚਰਨ ਕਮਲਾਂ ਨਾਲ ਜੋੜਦੇ ਨੇ ਔਰ ਆਪਣੀ ਸੇਵਾ ਲੈਂਦੇ ਨੇ। ਇਹ ਸੇਵਾ, ਇਹ ਨਿਧਾਨ, ਜਿਹੜੀ ਇਹ ਬਖਸ਼ਿਸ਼ ਹੈ, ਜਿਹੜਾ ਇਹ ਖਜ਼ਾਨਾ ਹੈ, ਇਹ ਬਹੁਤ ਦੁਰਲਭ ਹੈ। ਇਹ ਮਿਲਦਾ ਹੈ ਸੇਵਾ ਦੇ ਨਾਲ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸੇਵਾ ਕੀਤੀ, ਮਹਾਰਾਜ ਨੇ ਪਾਤਸ਼ਾਹੀਆਂ ਬਖਸ਼ ਦਿੱਤੀਆਂ। ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਸੇਵਾ ਕੀਤੀ, ਔਰ ਮਹਾਰਾਜ ਨੇ ਪਰਮ ਨਿਧਾਨ, ਸਭ ਤੋਂ ਵੱਡਾ ਖਜ਼ਾਨਾ, ਜਿਹਦੀ ਕੋਈ ਗਿਣਤੀ ਮਿਣਤੀ, ਜਿਹਦੇ ਵਾਸਤੇ ਬੈਂਕ ਦੇ ਲੋਕਰਾਂ ਦੀ ਲੋੜ ਨਹੀਂ, ਜਿਹਦੇ ਵਾਸਤੇ ਕੋਈ ਡੈਬਿਟ ਕਾਰਡ ਕ੍ਰੈਡਿਟ ਕਾਰਡ ਦੀ ਲੋੜ ਨਹੀਂ। ਇਹ ਉਹ ਖਜ਼ਾਨਾ ਹੈ ਜਿਹਨੂੰ ਮਿਣਿਆ ਨਹੀਂ ਜਾ ਸਕਦਾ। ਪਰ ਇਸ ਖਜ਼ਾਨੇ ਦੀ ਵੈਲਿਊ ਵੀ ਉਹਨਾਂ ਨੂੰ ਹੀ ਹੈ ਜਿਨ੍ਹਾਂ ਨੂੰ ਇਹ ਖਜ਼ਾਨਾ ਮਿਲਦਾ ਹੈ। ਆਮ ਤੌਰ 'ਤੇ ਗੁਰਬਾਣੀ ਨੂੰ ਪੜ੍ਹ ਲੈਣਾ, ਗੁਰਬਾਣੀ ਨੂੰ ਸਮਝ ਲੈਣਾ, ਸਾਡੀ ਲਾਈਫ ਇੱਥੋਂ ਤੱਕ ਰਹਿ ਜਾਂਦੀ ਹੈ। ਇਹ ਪਰਮ ਨਿਧਾਨ ਦੀ ਇੱਛਾ ਰੱਖਣ ਵਾਲੇ ਭਾਈ ਕਨ੍ਹੱਈਆ ਜੀ ਵਰਗੇ, ਜਿਨ੍ਹਾਂ ਨੂੰ ਜ਼ਰਰੇ ਜ਼ਰਰੇ ਪੱਤੇ ਪੱਤੇ ਵਿੱਚ ਦਸ਼ਮੇਸ਼ ਜੀ ਮਹਾਰਾਜ ਜੀ ਦੇ ਦਰਸ਼ਨ ਹੋਏ, ਉਹਨਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਲਿਆ। ਇਹ ਹੈ ਪਰਮ ਨਿਧਾਨ। ਗੁਰ ਸੇ ਹਰ ਸੇਵਾ ਮਹਿ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਹਰ ਸੇਵਾ, ਗੁਰੂ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਦੇ ਨਾਲ ਮੁਖ ਦੇ ਵਿੱਚ ਅੰਮ੍ਰਿਤ ਨਾਮ, ਵਾਹਿਗੁਰੂ 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 ਵਾਹਿਗੁਰੂ। ਉਹ ਨਿਮਰਤਾ ਭਾਵ, ਉਹ ਪ੍ਰੇਮ ਵਾਲਾ ਭਾਵ, ਜ਼ਿੰਦਗੀਆਂ ਬਦਲਦੇ ਹੋਏ ਅਸੀਂ ਸਾਰਿਆਂ ਨੇ ਦੇਖਿਆ ਆ। ਪਤਾ ਹੀ ਨਹੀਂ ਰੋਜ਼ ਗੁਰੂ ਕਿੰਨੀਆਂ ਹੀ ਜ਼ਿੰਦਗੀਆਂ, ਕਿੰਨੀਆਂ ਹੀ ਘਰਾਂ ਦੇ ਵਿੱਚ ਖੁਸ਼ੀਆਂ ਬਰਕਤਾਂ ਦਿੰਦੇ ਨੇ ਆਪਣੇ ਨਾਮ ਦੀ ਬਖਸ਼ਿਸ਼ ਕਰਕੇ। ਕਿੰਨਿਆਂ ਦੇ ਔਗੁਣ ਮੇਟ ਦਿੰਦੇ ਨੇ, ਕਿੰਨਿਆਂ ਦੇ ਦੁੱਖ ਮੇਟ ਦਿੰਦੇ ਨੇ, ਕਲੇਸ਼ ਖਤਮ ਕਰ ਦਿੰਦੇ ਨੇ। ਪਰ ਉਹ ਕਰਦੇ ਨੇ ਹਰ ਸੇਵਾ। ਜਦੋਂ ਸੇਵਾ ਦੇ ਨਾਲ ਜੁੜਿਆ ਜਾਵੇ, ਜਦੋਂ ਸੇਵਾ ਕੀਤੀ ਜਾਵੇ। ਸਾਧ ਸੰਗਤ ਜੀ, ਸੇਵਾ ਕਰਨ ਦੀ ਕੋਈ ਲਿਮਿਟੇਸ਼ਨ ਨਹੀਂ ਹੈਗੀ। ਦਾਸ, ਕਈ ਸਾਲ ਪੁਰਾਣੀ ਗੱਲ ਹੋ ਗਈ, ਮਹਾਰਾਜ ਅੰਮ੍ਰਿਤ ਸੰਚਾਰ ਦੀ ਸੇਵਾ ਲਿਆ ਕਰਦੇ ਸੀਗੇ, ਅਤੇ ਜਥੇ ਨੇ ਅੰਮ੍ਰਿਤ ਸੰਚਾਰ ਕੀਤਾ ਰੋਪੜ ਦੇ ਵਿੱਚ ਔਰ ਆਨੰਦਪੁਰ ਸਾਹਿਬ ਰਾਤ ਰੁਕੇ। ਅੰਮ੍ਰਿਤ ਵੇਲੇ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਪ੍ਰਸ਼ਾਦਾ ਛਕਣ ਵਾਸਤੇ ਲੰਗਰ ਹਾਲ ਗਏ, ਅਤੇ ਲੰਗਰ ਛਕ ਲਿਆ, ਸਾਰਾ ਕੁਝ ਕਰ ਲਿਆ। ਇੱਕ ਛੋਟਾ ਜਿਹਾ ਬੱਚਾ, 12, 13, 14 ਸਾਲ ਦਾ ਬੱਚਾ ਹੋਏਗਾ, ਉਹ ਲੰਗਰ ਹਾਲ ਦੇ ਵਿੱਚ ਪੋਚਾ ਲਾਈ ਜਾਵੇ, ਔਰ ਥੋੜ੍ਹੀ ਜਿਹੀ ਥਾਂ 'ਤੇ ਪੋਚਾ ਲਾਈ ਜਾਵੇ। ਅਸੀਂ ਵੀ ਉਸ ਟਾਈਮ ਨੌਜਵਾਨੀ ਸੀਗੀ, ਸੋਚਿਆ ਇਹ ਇੱਕੋ ਥਾਂ 'ਤੇ ਪੋਚਾ ਲਾਈ ਜਾ ਰਿਹਾ ਬੱਚਾ, ਕੀ ਕੋਈ ਪ੍ਰੋਬਲਮ ਹੈ ਜਾਂ ਕੋਈ ਇਹੋ ਜਿਹੀ ਮੈਲ ਜੰਮੀ ਹੋਈ ਹੈ ਫਰਸ਼ ਦੇ ਉੱਪਰ ਜੋ ਉਤਰਦੀ ਨਹੀਂ ਹੈ। ਅਸੀਂ ਭਾਂਡੇ ਵਗੈਰਾ ਜੂਠੇ ਰੱਖ ਕੇ ਸੇਵਾ ਕਰਕੇ ਉਹਦੇ ਕੋਲ ਗਏ। 17, 18, 20 ਮਿੰਟ ਹੋ ਗਏ, ਉਹ ਬੱਚਾ ਉੱਥੇ ਹੀ ਸੇਵਾ ਕਰੀ ਜਾ ਰਿਹਾ। ਅਸੀਂ ਪਿਆਰ ਨਾਲ ਉਹਨੂੰ ਪੁੱਛਿਆ ਕਿ ਤੁਸੀਂ ਇੱਥੇ ਸੇਵਾ ਕਰ ਰਹੇ ਹੋ, ਹੋਰ ਵੀ ਥਾਂ ਕਾਫੀ ਆ, ਹੋਰ ਪਾਸੇ ਵੀ ਕਰ ਲਓ। ਅਤੇ ਬਹੁਤ ਹੀ ਨਿਮਰਤਾ ਦੇ ਨਾਲ ਉਹਨੇ ਜਵਾਬ ਦਿੱਤਾ। ਛੋਟਾ ਬੱਚਾ ਸੀ, ਹਜੇ ਦਾੜੀ ਵੀ ਨਹੀਂ ਸੀ, ਮੁੱਛਾਂ ਵੀ ਨਹੀਂ ਸੀਗੀਆਂ ਉਹਦੀਆਂ। ਅਤੇ ਸਾਨੂੰ ਕਹਿੰਦਾ, ਵੀਰ ਜੀ ਮੈਂ ਇਹ ਫਰਸ਼ ਨਹੀਂ ਸਾਫ਼ ਕਰ ਰਿਹਾ, ਮੈਂ ਕਥਾ ਵਿੱਚ ਸੁਣਿਆ ਹੈ ਕਿ ਗੁਰੂ ਘਰ ਦੀ ਸੇਵਾ ਕਰੋ ਅਤੇ ਸਾਡੇ ਕਰਮ ਸਾਫ਼ ਹੋ ਜਾਂਦੇ ਆ। ਮੈਂ ਕੋਸ਼ਿਸ਼ ਕਰ ਰਿਹਾ ਕਿ ਮੇਰੇ ਕਰਮ ਵੀ ਸਾਫ਼ ਹੋ ਜਾਣ ਸੇਵਾ ਕਰਕੇ। ਇਹ 12, 13, 14 ਸਾਲ ਦੇ ਬੱਚੇ ਨੇ, ਆਨੰਦਪੁਰ ਸਾਹਿਬ। ਗਿਆਨ ਕਿੱਥੋਂ ਵੀ ਮਿਲ ਸਕਦਾ ਸਾਧ ਸੰਗਤ ਜੀ, ਕਿ ਉਹ ਉਹੀ ਜਗ੍ਹਾ ਦੇ ਉੱਪਰ 20 ਮਿੰਟ ਸੇਵਾ ਕਰ ਰਿਹਾ ਅਤੇ ਉਹ ਕਹਿੰਦਾ ਹੈ ਕਿ ਮੈਂ ਆਪਣੇ ਕਰਮ ਸਾਫ਼ ਕਰ ਰਿਹਾ। ਇਹ ਹੈ ਹਰ ਸੇਵਾ। ਉਸ ਪਿਆਰ ਦੇ ਵਿੱਚ ਆਪਾਂ ਜਦੋਂ ਨਵਾਂ ਵਿਆਹ ਹੁੰਦਾ ਹੈ ਜਾਂ ਵਿਆਹ ਹੋਣ ਵਾਲਾ ਹੁੰਦਾ ਹੈ, ਅਤੇ ਅਕਸਰ ਰਿਸ਼ਤੇ ਬੜੇ
ਕਲੋਜ਼ ਹੋ ਜਾਂਦੇ ਆ, ਨਜ਼ਦੀਕ ਹੋ ਜਾਂਦੇ ਆ। ਚਾਰੋਂ ਪਾਸੇ ਸਾਨੂੰ ਇੱਕੋ ਇੱਕ ਸ਼ਖਸ ਨਜ਼ਰ ਆਉਂਦਾ, ਸੁਣਾਈ ਦਿੰਦਾ, ਜਿਹਦੇ ਨਾਲ ਸਾਡਾ ਵਿਆਹ ਹੋਣਾ ਜਾਂ ਨਵਾਂ ਨਵਾਂ ਵਿਆਹ ਹੋਇਆ ਹੈ। ਉਹ ਦੁਨਿਆਵੀ ਪਿਆਰ ਦੇ ਵਿੱਚ ਇੰਨੀ ਕਸ਼ਿਸ਼ ਹੁੰਦੀ ਹੈ ਕਿ ਬੰਦਾ ਸਭ ਕੁਝ ਭੁੱਲ ਜਾਂਦਾ ਹੈ, ਉਹਦੀਆਂ ਗਲਤੀਆਂ ਵੀ, ਸਾਰਾ ਕੁਝ ਭੁੱਲ ਜਾਂਦਾ ਹੈ। ਅਤੇ ਅਧਿਆਤਮਕ ਪਿਆਰ ਦੇ ਵਿੱਚ ਕੀ ਕਸ਼ਿਸ਼ ਹੋਏਗੀ, ਅਧਿਆਤਮਕ ਬੰਦਗੀ ਦੇ ਵਿੱਚ ਕਿਆ ਆਨੰਦ ਹੋਏਗਾ, ਇਹ ਤਾਂ ਜਿਨ੍ਹਾਂ ਨੇ ਚਖਿਆ ਆ ਉਹਨਾਂ ਨੂੰ ਪਤਾ ਹੈ। ਸਾਧ ਸੰਗਤ ਜੀ, ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਵੀ ਵੱਧ ਤੋਂ ਵੱਧ, ਜਿੱਦਾਂ ਸਾਡੇ ਸਨਮਾਨਯੋਗ ਹੈਡ ਗ੍ਰੰਥੀ ਸਾਹਿਬ ਜੀ ਨੇ ਸਾਰਿਆਂ ਨੂੰ ਬੇਨਤੀ ਰੂਪ 'ਚ ਹੁਕਮ ਕੀਤਾ ਕਿ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ। ਸਾਧ ਸੰਗਤ ਜੀ, ਅਸੀਂ ਜਦੋਂ ਛੋਟੇ ਹੁੰਦੇ ਸੀ, ਕਦੀ ਕਦਾਰ ਐਤਵਾਰ ਦੇ ਐਤਵਾਰ ਇਸ ਸਥਾਨ ਦੇ ਮਹਾਰਾਜ ਦਰਸ਼ਨ ਕਰਨ ਵਾਸਤੇ ਲੈ ਆਉਂਦੇ ਸੀ, ਸਾਡੇ 'ਤੇ ਤਰੁੱਠ ਕੇ ਕਿਰਪਾ ਕਰਕੇ। ਅਤੇ ਸਾਡੇ ਪਿਤਾ ਜੀ ਉਸ ਟਾਈਮ ਗੱਲਾਂ ਗੱਲਾਂ ਦੇ ਵਿੱਚ ਸਾਨੂੰ ਸਿਖਾ ਗਏ ਕਿ ਜਿਸ ਦਿਨ ਸੀਸਗੰਜ ਸਾਹਿਬ ਦਰਸ਼ਨ ਕਰਨੇ ਨੇ, ਉਸ ਦਿਨ ਮੂੰਹ 'ਚ ਕੁਛ ਮਿੱਠੀ ਵਸਤੂ ਨਹੀਂ ਪਾਣੀ, ਕਿ ਇਹ ਇਹੋ ਜਿਹਾ ਮਹਾਨ ਸ਼ਹੀਦੀ ਅਸਥਾਨ ਹੈ, ਇਹਦਾ ਅਸਰ, ਇਹਨਾਂ ਦੇ ਦਰਸ਼ਨਾਂ ਦਾ ਅਸਰ ਮਨ 'ਚ ਟਿਕਿਆ ਰਵੇ, ਉਹ ਭਾਵ ਬਣਿਆ ਰਵੇ, ਉਸ ਦਿਨ ਮਿੱਠਾ ਨਹੀਂ ਖਾਣਾ। ਅਤੇ ਛੋਟੇ ਬੱਚੇ ਅਕਸਰ ਕੁਝ ਗੱਲਾਂ ਨੋਟ ਕਰ ਲੈਂਦੇ ਆ, ਅਤੇ ਅਸੀਂ ਆਪਣੇ ਵਾਸਤੇ ਹਜੇ ਵੀ ਸਾਨੂੰ ਧਿਆਨ ਹੈ ਕਿ ਜੇ ਕੋਈ ਚੋਕਲੇਟ, ਕੋਈ ਟੌਫੀ ਹੁੰਦੀ ਸੀ ਨਾ, ਅਤੇ ਅਸੀਂ ਸੰਡੇ ਵਾਲੇ ਦਿਨ ਨਹੀਂ ਖਾਂਦੇ ਹੁੰਦੇ ਸੀ, ਜਦੋਂ ਵੀ ਇੱਥੇ ਆਉਂਦੇ ਸੀ। ਇਹ ਛੋਟੀ ਛੋਟੀ ਚੀਜ਼ਾਂ ਸਾਨੂੰ ਸੇਵਾ ਵੱਲ ਤੋਰਦੀਆਂ ਆ। ਪਰਮੇਸ਼ਵਰ ਨੂੰ 24 ਘੰਟੇ ਯਾਦ ਰੱਖਦੇ 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 ਅਸੀਂ ਉਹਦੀ ਸੇਵਾ ਹੀ ਕਰ ਰਹੇ ਹਾਂ। ਸੋ ਹਰ ਸੇਵਾ ਮੁਖ ਅੰਮ੍ਰਿਤ ਨਾਮ, ਸੇਵਾ ਕਰਕੇ ਗੁਰੂ ਮਹਾਰਾਜ ਨਾਮ ਦੀ ਬਖਸ਼ਿਸ਼ ਕਰਦੇ ਨੇ। ਨਾਮ ਦੀ ਵੀ ਕਈ ਉਪਾਧੀਆਂ ਹੈਗੀਆਂ ਸਾਧ ਸੰਗਤ ਜੀ। ਕਿਸੇ ਕੋਲ ਰੋਮ ਰੋਮ ਜਾਪ ਹੈ, ਕਿਸੇ ਦੇ ਮੁਖ ਵਿੱਚ ਜਾਪ ਹੈ, ਕਿਸੇ ਦੇ ਕੰਠ ਵਿੱਚ ਜਾਪ ਹੈ, ਕਿਸੇ ਦੀ ਅੱਖਾਂ ਦੇ ਵਿੱਚ ਜਾਪ ਹੈ, ਕਿਸੇ ਨੂੰ ਪੱਖੇ ਚਲਦਿਆਂ ਚਲਦਿਆਂ ਤੋਂ ਵੀ ਵਾਹਿਗੁਰੂ ਵਾਹਿਗੁਰੂ ਸੁਣਦਾ ਹੈ, ਕਿਸੇ ਨੂੰ ਜੀਵ ਜੰਤੂਆਂ ਵਿੱਚੋਂ ਵੀ ਚਿੜੀਆਂ ਚੂੰ ਚੂੰ ਕਰ ਰਹੀ ਹੈ, ਉਹਦੇ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਸੁਣਦਾ ਹੈ। ਕਿਸੇ ਦਾ ਅਜੱਪਾ ਜਾਪ ਹੈ, ਰੱਬ ਹੀ ਜਾਣਦਾ ਹੈ। ਕੋਈ ਵੀ ਸ਼ਖਸ ਇਹ ਬਿਆਨ ਨਹੀਂ ਕਰ ਸਕਦਾ ਕਿ ਕਿਹਦੇ ਕੋਲ ਕਿਹੜੀ ਅਵਸਥਾ। ਉਹ ਅਵਸਥਾਵਾਂ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਦੀ ਬਖਸ਼ੀਆਂ ਹੋਈਆਂ। ਇਸੀ ਤਰ੍ਹਾਂ ਜਿੱਦਾਂ ਸਾਡੇ ਬਹੁਤ ਹੀ ਸਨਮਾਨਯੋਗ ਹੈਡ ਗ੍ਰੰਥੀ ਸਾਹਿਬ ਜੀ ਸਜੇ ਹੁੰਦੇ ਆ ਤਾਬਿਆ, ਇਸੀ ਤਰ੍ਹਾਂ ਸੰਤ ਮਹਾਰਾਜ ਅਤਰ ਸਿੰਘ ਜੀ ਮਸਤੂਆਣੇ ਵਾਲੇ, ਸਿੱਖ ਪੰਥ ਦੀ ਮਹਾਨ ਸ਼ਖਸੀਅਤ, ਇਹਨਾਂ ਨੇ ਤਾਬਿਆ ਬੈਠਣਾ ਅਤੇ ਚੌਰ ਸਾਹਿਬ ਦੀ ਸੇਵਾ ਕਰਦੇ ਜਾਣਾ। ਪਿਆਰ ਨਾਲ ਚੌਰ ਸਾਹਿਬ ਦੀ ਸੇਵਾ, ਵਾਹਿਗੁਰੂ 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 ਵਾਹਿਗੁਰੂ, ਹਰ ਸੇਵਾ ਮੁਖ ਅੰਮ੍ਰਿਤ ਨਾਮ, ਬੜੇ ਹੀ ਪਿਆਰ ਨਾਲ। ਕਈ ਘੰਟੇ ਬੀਤ ਜਾਣੇ, ਪ੍ਰਸ਼ਾਦੇ ਪਏ ਪਏ ਠੰਡੇ ਹੋ ਜਾਣੇ, ਕਦੀ 12 ਘੰਟੇ, ਕਦੀ 18 ਘੰਟੇ ਕੈਦ। ਸਾਧ ਸੰਗਤ ਜੀ, ਮੂੰਹ ਤੋਂ ਕਹਿਣਾ 12 ਘੰਟੇ ਸੌਖਾ ਆ, ਪ੍ਰੈਕਟੀਕਲੀ 12 ਘੰਟੇ ਬੰਦਾ ਵਾਸ਼ਰੂਮ ਵੀ ਨਾ ਜਾਵੇ ਤੇ ਔਖਾ ਹੋ ਜਾਂਦਾ ਹੈ ਪ੍ਰੈਕਟੀਕਲੀ। ਇਹ ਹੈ ਹਰ ਸੇਵਾ ਮੁਖ ਅੰਮ੍ਰਿਤ ਨਾਮ। ਹਰ ਮੇਰਾ ਸਾਥੀ ਸੰਗ ਸਖਾਈ। ਸਾਧ ਸੰਗਤ ਜੀ, ਦੁਨੀਆ ਦੇ ਬਹੁਤ ਰਿਸ਼ਤੇ ਨੇ ਜਿਨ੍ਹਾਂ ਵਿੱਚੋਂ ਇਨਸਾਨ ਲੰਘਦਾ ਆ। ਮਾਤਾ ਪਿਤਾ ਦਾ ਰਿਸ਼ਤਾ, ਭੈਣ ਭਰਾਵਾਂ ਦਾ ਰਿਸ਼ਤਾ, ਵੋਟੀ ਹਸਬੈਂਡ ਦਾ ਰਿਸ਼ਤਾ, ਬੱਚਿਆਂ ਦਾ ਰਿਸ਼ਤਾ, ਦਾਦਾ ਦਾਦੀ, ਮਾਮਾ ਮਾਮੀ, ਚਾਚਾ ਚਾਚੀ, ਸਾਰੇ ਰਿਸ਼ਤੇ ਮੁਬਾਰਕ ਨੇ। ਪਰ ਸਾਧ ਸੰਗਤ ਜੀ, ਇਹਨਾਂ ਵਿੱਚੋਂ ਕਿਸੇ ਵੀ ਰਿਸ਼ਤੇ ਨੇ ਅਖੀਰ ਤੱਕ ਨਹੀਂ ਨਿਭਾਉਣੀ। ਅਖੀਰ ਤੱਕ ਨਿਭਾਉਣੀ ਹੈ ਹਰ ਮੇਰਾ ਸਾਥੀ ਸੰਗ ਸਖਾਈ। ਇਹੀ ਮੇਰਾ ਸਾਥੀ ਹੈ। ਆਜ਼ਮਾ ਕੇ ਦੇਖ ਲਿਓ, ਆਪਾਂ ਸਾਰੇ ਇੱਥੇ ਕੀਰਤਨ ਸੁਣ ਰਹੇ ਹਾਂ, ਕੋਈ ਜਾਪ ਕਰ ਰਿਹਾ ਮਾਲਾ ਦੇ ਨਾਲ, ਕੋਈ ਕਥਾ ਸੁਣ ਰਿਹਾ ਹੈ। ਇਹ ਖਜ਼ਾਨਾ ਸਾਡੇ ਤੋਂ ਕੋਈ ਵੀ ਲੁਟੇਰਾ ਲੁੱਟ ਕੇ ਲੈ ਕੇ ਨਹੀਂ ਜਾ ਸਕਦਾ। ਕੋਈ ਰੋਬਰ ਆ ਵੀ ਜਾਵੇ, ਆਪਾਂ ਥੱਲੇ ਗੱਡੀ ਉਤਰ ਰਹੇ ਹਾਂ, ਕੁਝ ਕਰ ਰਹੇ ਹਾਂ, ਕੋਈ ਨੈਗੇਟਿਵ ਐਂਟੀ ਸੋਸ਼ਲ ਐਲੀਮੈਂਟ ਆ ਵੀ ਜਾਂਦਾ ਆ,
ਵੱਧ ਤੋਂ ਵੱਧ ਬਟੂਆ, ਚੇਨ, ਮੋਬਾਈਲ ਫੋਨ, ਟੈਬਲੇਟ, ਆਈਪੈਡ, ਗੱਡੀ, ਇਹ ਚੀਜ਼ਾਂ ਖੋ ਕੇ ਲੈ ਕੇ ਜਾ ਸਕਦਾ। ਪਰ ਜਿਹੜਾ ਅਸੀਂ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਸਜਿਆਂ ਹਾਜ਼ਰੀ ਭਰ ਰਹੇ ਹਾਂ, ਸਾਡੇ ਤੋਂ ਕੋਈ ਵੀ ਖੋ ਕੇ ਲੈ ਕੇ ਨਹੀਂ ਜਾ ਸਕਦਾ। ਇਸ ਕਰਕੇ ਹਰ ਮੇਰਾ ਸਾਥੀ, ਸੰਗ ਸਖਾਈ, ਇਹੀ ਮੇਰਾ ਮਿੱਤਰ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਬਾਣੀ ਸਾਨੂੰ ਬਾਰ-ਬਾਰ ਇਹ ਦ੍ਰਿੜ ਕਰਾ ਰਹੀ ਹੈ ਕਿ ਮਨਾ ਭੁੱਲੀ ਨਾ, ਹਰ ਇਕਸੈ ਨਾਲ ਮੈਂ ਦੋਸਤੀ, ਹਰ ਇਕਸੈ ਨਾਲ ਮੈਂ ਸੰਗ। ਮੇਰੀ ਇੱਕੋ ਨਾਲ ਦੋਸਤੀ ਹੈ, ਮੇਰਾ ਇੱਕੋ ਸੰਗੀ ਹੈ, ਮੇਰਾ ਇੱਕੋ ਫਰੈਂਡ ਹੈ, ਮੇਰਾ ਇੱਕੋ ਰਿਲੇਟਿਵ ਹੈ। ਜਿਸ ਦਿਨ ਇੱਕ ਨਾਲ ਦੋਸਤੀ ਪੈ ਗਈ, ਉਸ ਦਿਨ ਸਤਸੰਗ ਦਾ ਆਨੰਦ ਵੱਖਰਾ ਬਣਦਾ। ਆਪ ਜੀ ਸਾਰੇ ਆਪਣਾ ਕੰਮ ਕਾਜ ਛੱਡ ਕੇ ਜਾਂ ਕੰਮ 'ਤੇ ਜਾਣ ਤੋਂ ਪਹਿਲੇ ਜੇ ਗੁਰੂ ਮਹਾਰਾਜ ਦੇ ਦਰ 'ਤੇ ਆ ਕੇ ਬੈਠੇ ਹੋ, ਤੇ ਉਹ ਇੱਕ ਨਾਲ ਦੋਸਤੀ ਪੈ ਗਈ। ਇਸ ਦੋਸਤ ਨੂੰ ਮਿਲੇ ਬਿਨਾ ਰੋਟੀ ਹਜ਼ਮ ਨਹੀਂ ਹੁੰਦੀ। ਇਸ ਪ੍ਰੇਮੀ ਦੇ ਦਰਸ਼ਨਾਂ ਤੋਂ ਬਿਨਾ ਸਾਨੂੰ ਪਾਣੀ ਹਜ਼ਮ ਨਹੀਂ ਹੁੰਦਾ। ਇਹ ਹੈ ਦੋਸਤੀ ਜੋ ਸਾਨੂੰ ਸਾਰਿਆਂ ਨੂੰ ਮਹਾਰਾਜ ਬਖਸ਼ਣ। ਔਰ ਸਾਧ ਸੰਗਤ ਜੀ, ਦੋਸਤੀ ਦੇ ਵਿੱਚ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ। ਦੋਸਤੀ ਪਿਆਰ ਭਰੀ ਹੋਵੇ, ਦੋਸਤੀ ਵਿਆਪਾਰ ਭਰੀ ਨਾ ਹੋਵੇ, ਦੋਸਤੀ ਵਿੱਚ ਡੀਲਿੰਗ ਨਾ ਹੋਵੇ। ਮੈਨੂੰ ਇਹ ਮਿਲ ਜਾਵੇ ਤਾਂ ਮੈਂ ਆਊਂਗਾ, ਤਾਂ ਮੈਂ ਆਊਂਗੀ, ਜੇ ਨਹੀਂ ਮਿਲਿਆ ਤਾਂ ਮੈਂ ਨਹੀਂ ਆਉਣਾ, ਜਾਂ ਜਦੋਂ ਮਿਲ ਗਿਆ ਤਾਂ ਬਸ ਮੇਰਾ ਕੰਮ ਫਿਨਿਸ਼ ਹੋ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਹ ਵਾਲਾ ਹਾਲ ਨਾ ਹੋਵੇ। ਗੁਰੂ ਤੇ ਸਾਧ ਸੰਗਤ ਜੀ ਝੋਲੀਆਂ ਅੱਡ ਕੇ ਬੈਠੇ ਨੇ, ਦਿੰਦਾ ਦੇ ਲੈਂਦੇ ਥੱਕ ਪਾਹੇ। ਉਹ ਤੇ ਦੇਣ ਵਾਸਤੇ ਹੀ ਬੈਠੇ ਨੇ। ਗੁਰੂ ਸਾਹਿਬ ਜੀ ਦਾ ਹੋਰ ਕੋਈ ਕੰਮ ਨਹੀਂ ਹੈ, ਉਹ ਦੇਣਾ ਹੀ ਜਾਣਦੇ ਨੇ। ਉਹ ਸਿਰਫ ਦੇ ਰਹੇ ਨੇ। ਜੇ ਕੋਠੀਆਂ ਗੱਡੀਆਂ ਲੈ ਵੀ ਲਈਆਂ, ਕੋਵਿਡ ਦੇ ਵਿੱਚ 50 ਲੱਖ ਬੰਦਾ ਚਲਾ ਵੀ ਗਿਆ, ਤਾਂ ਵੀ ਦੇ ਰਹੇ ਨੇ। ਸਿੱਖ ਦੇ ਮਨ ਦੇ ਵਿੱਚ ਇੰਨੀ ਪੋਜ਼ਿਟਿਵਿਟੀ ਹੋਵੇ। ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ, ਭਾਈ ਲਹਿਣਾ ਜੀ ਅੰਮ੍ਰਿਤ ਵੇਲਾ ਹੋ ਗਿਆ, ਜਾਓ ਸਾਡੇ ਵਸਤਰਿਆਂ ਦੀ ਸੇਵਾ ਕਰ ਲਓ ਅਤੇ ਧੁੱਪ ਦੇ ਵਿੱਚ ਸੁਕਾ ਦਿਓ। ਅਤੇ ਬਾਹਰ ਹੋਇਆ ਰਾਤ ਦਾ 1:30 ਵਜਿਆ ਹੋਇਆ ਆ। ਹੁਣ ਰਾਤ ਦੇ 1:30 ਵਜੇ ਭਾਈ ਲਹਿਣਾ ਜੀ ਮਹਾਰਾਜ ਸਤ ਬਚਨ। ਸਾਧ ਸੰਗਤ ਜੀ, ਕਿਆ ਪ੍ਰੇਮ ਹੈ। ਪ੍ਰੈਕਟੀਕਲੀ ਪੀਪਲ ਵਿਲ ਕਾਲ ਅਸ ਫੂਲਿਸ਼ ਕਿ ਕੀ ਹੋ ਗਿਆ ਤੁਹਾਨੂੰ, ਰਾਤ ਹੋਈ ਹੋਈ ਹੈ, ਕਿੱਥੇ ਹੈ, ਸੂਰਜ ਨਿਕਲਦਾ ਪਿਆ ਹੈ। ਪਰ ਭਾਈ ਲਹਿਣਾ ਜੀ ਦੀ ਪ੍ਰੇਮ ਇੰਨਾ ਜ਼ਿਆਦਾ, ਜੋ ਮੇਰੇ ਮਿੱਤਰ ਨੇ, ਜੋ ਮੇਰੇ ਸੰਗੀ ਨੇ, ਜੋ ਮੇਰੇ ਸਾਥੀ ਨੇ, ਜੋ ਮੇਰੇ ਪਰਮੇਸ਼ਵਰ ਸਰੂਪ ਮੇਰੇ ਗੁਰੂ ਨਾਨਕ ਨੇ ਕਹਿਤਾ ਉਹ ਸੱਚ ਹੈ। ਜਿਨ੍ਹਾਂ ਅੱਖਾਂ ਨਾਲ ਉਹਨਾਂ ਨੂੰ ਸੂਰਜ ਨਜ਼ਰ ਆ ਰਹੇ ਨੇ, ਸਾਡੇ ਕੋਲੋਂ ਅੱਖਾਂ ਹੀ ਨਹੀਂ ਹੈਗੀਆਂ, ਤਾਂ ਮੈਂ ਕਿੱਥੋਂ ਦੇਖੂੰਗਾ। ਗੁਰੂ ਕਦੀ ਗਲਤ ਹੋ ਹੀ ਨਹੀਂ ਸਕਦਾ। ਗੁਰਬਾਣੀ ਦੀ ਪੰਕਤੀ, ਗੁਰ ਕਹਿਆ ਸਾਕਾਰ ਕਮਾਓ, ਗੁਰ ਕੀ ਕਰਨੀ ਕਾਹੇ ਤਾਹੋ। ਗੁਰੂ ਦੇ ਕੀਤੇ ਨੂੰ ਕੁਐਸਚਨ ਮਾਰਕ ਨਹੀਂ ਲਗਾਉਣਾ। ਗੁਰੂ ਨੇ ਜੋ ਬਚਨ ਕਰਤਾ ਉਹਨੂੰ ਸਵਾਲ ਨਹੀਂ ਕਰ ਸਕਦੇ ਅਸੀਂ, ਸਾਡੇ ਵਿੱਚ ਉਹ ਜ਼ਰੂਰਤ ਹੀ ਨਾ ਹੋਵੇ। ਜੋ ਗੁਰੂ ਨੇ ਕਰਤਾ, ਜੋ ਗੁਰੂ ਨੇ ਕਹਿਤਾ, ਸਤ ਬਚਨ ਮਹਾਰਾਜ, ਸਤ ਬਚਨ, ਸਤ ਬਚਨ। ਇਸ ਕਰਕੇ ਹਰ ਮੇਰਾ ਸਾਥੀ, ਸੰਗ ਸਖਾਈ। ਜਦੋਂ ਸਾਡੇ ਦੋਸਤ ਮਿੱਤਰ ਕਹਿੰਦੇ ਨੇ, ਅਸੀਂ ਫਟਾਫਟ ਗੱਲਾਂ ਮੰਨ ਲੈਂਦੇ ਆ ਉਹਨਾਂ ਦੀਆਂ। ਕਿਉਂ? ਦੁੱਖ ਸੁੱਖ ਸਿਮਰੀ ਤਹਿ ਮੌਜੂਦ, ਜਮ ਬਪੁਰਾ ਮੋਕੋ ਕਹਾ ਡਰਾਈ। ਇਹ ਇਹੋ ਜਿਹੇ ਮਿੱਤਰ ਨੇ ਕਿ ਦੁੱਖ ਹੈ ਭਾਵੇਂ ਸੁੱਖ ਹੈ। ਜਦੋਂ ਕਬੀਰ ਜੀ ਨੂੰ ਜੰਜੀਰ ਨਾਲ ਬੰਨ੍ਹ ਦਿੰਦੇ ਆ ਜਮਨਾ ਦੇ ਗੰਗਾ ਦੇ ਅੰਦਰ, ਦੁੱਖ ਦੇ ਵਿੱਚ ਉੱਥੇ ਵੀ ਪਰਮੇਸ਼ਵਰ ਮੌਜੂਦ ਹੈ। ਅਤੇ ਜਿੱਥੇ ਸੁੱਖ ਹੀ ਸੁੱਖ। ਅਸੀਂ ਗੁਰੂ ਦੇ ਭਰੋਸੇ, ਮੈਂ ਵਿਸ਼ਵਾਸ ਨਾਲ ਕਹਿ ਸਕਦਾ ਸਾਧ ਸੰਗਤ ਜੀ, ਜਿੰਨੀ ਵੀ ਸੰਗਤ ਇੱਥੇ ਬੈਠੀ ਹੈ, ਜਿੰਨੀ ਵੀ ਸੰਗਤ ਟੀਵੀ 'ਤੇ ਦੇਖ ਰਹੀ ਹੈ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਭਰੋਸੇ 'ਤੇ ਛਾਤੀ 'ਤੇ ਹੱਥ ਰੱਖ ਕੇ ਕਹਿ ਸਕਦੇ ਹਾਂ ਕਿ ਅਸੀਂ ਬਹੁਤ ਸੁਖੀ ਹਾਂ। ਮੈਂ ਕਹਿੰਦਾ ਜਿਹਦੇ ਘਰ ਦੇ ਵਿੱਚ ਕੱਲ੍ਹ ਨੂੰ ਕੋਈ ਮੌਤ ਵੀ ਹੋਈ ਹੋਏਗੀ ਨਾ, ਬੀਤੇ ਕੱਲ੍ਹ ਨੂੰ, ਉਹ ਵੀ ਕਹੇਗਾ ਨਹੀਂ, ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਸੁਖੀ ਹਾਂ। ਇਹ ਦ੍ਰਿੜ ਭਰੋਸਾ ਗੁਰੂ ਦਿੰਦਾ ਆ। ਇਹ ਹੁਕਮ 'ਚ ਰਹਿਣ ਦਾ ਵਿਸ਼ਵਾਸ ਗੁਰੂ ਦਿੰਦਾ ਆ। ਔਰ ਇਹੀ ਫਰਕ ਹੈ।
ਹੁਕਮ ਹੈ ਅੰਦਰ ਸਭ ਕੋ। ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਦੇ ਵਿੱਚ, ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਬਸ ਹੁਕਮ ਵਿੱਚ ਰਹਿਣਾ ਹੀ ਸਾਨੂੰ ਸਿਖਾਇਆ ਗਿਆ। ਇਸੀ ਕਰਕੇ ਅਸੀਂ ਖੁਸ਼ ਰਹਿੰਦੇ ਹਾਂ, ਅਸੀਂ ਸੁਖੀ ਰਹਿੰਦੇ ਹਾਂ। ਪਤਾ ਹੀ ਨਹੀਂ ਕਿੰਨੇ ਕਰੋੜਾਂ ਦਾ ਲੰਗਰ ਵੰਡੀ ਜਾਂਦੇ ਹਾਂ। ਸਾਡੇ ਘਰਾਂ ਦੇ ਵਿੱਚ ਮੌਤਾਂ ਹੋ ਜਾਂਦੀਆਂ ਤਾਂ ਵੀ ਲੰਗਰ ਵੰਡਦੇ ਹਾਂ, ਅਤੇ ਖੁਸ਼ੀ ਹੁੰਦੀ ਹੈ ਤਾਂ ਵੀ ਲੰਗਰ ਵੰਡਦੇ ਹਾਂ। ਅਨੋਖਾ ਦਸਤੂਰ ਹੀ ਦੁਨੀਆ ਨੂੰ ਦੇ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ। ਸੁਖ ਦੇ ਵਿੱਚ ਦੁੱਖ ਦੇ ਵਿੱਚ ਸਿਮਰੀ ਤਹਿ ਮੌਜੂਦ। ਸਾਧ ਸੰਗਤ ਜੀ, ਅਸੀਂ ਆਪਣਾ ਐਗਜ਼ਾਮਪਲ ਦਿੰਦੇ ਹਾਂ। ਅਸੀਂ ਹੈਂਡੀਕੈਪਡ ਹੈਗੇ ਹਾਂ, ਤੋ ਬਾਥਰੂਮ ਦੇ ਵਿੱਚ ਜਾਂ ਕਮਰਿਆਂ ਦੇ ਵਿੱਚ ਬੈਲਾਂ ਲੱਗੀਆਂ ਹੋਈਆਂ ਵੀ ਜੇ ਕੋਈ ਪਾਣੀ ਦਾ ਗਲਾਸ ਚਾਹੀਦਾ ਕੁਛ ਹੈ, ਅਤੇ ਉਹ ਬੈਲ ਵਜਾਉਂਦੇ ਆ, ਅਤੇ ਸਾਡੇ ਪਰਿਵਾਰ ਦੇ ਮੈਂਬਰ ਆ ਕੇ ਸਾਡੀ ਲੋੜ ਦੀ ਜ਼ਰੂਰਤ ਪੂਰੀ ਕਰ ਦਿੰਦੇ ਆ। ਉਹ ਤਾਂ ਕਰਦੇ ਆ ਕਰਕੇ ਉਹ ਨਜ਼ਦੀਕ ਨੇ। ਸਾਧ ਸੰਗਤ ਜੀ, ਦੁੱਖ ਵੇਲੇ ਔਰ ਸੁੱਖ ਵੇਲੇ ਜੇ ਕੋਈ ਨਜ਼ਦੀਕ ਹੈ, ਜੇ ਕੋਈ ਮੌਜੂਦ ਹੈ, ਤੇ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੋ 24 ਘੰਟੇ ਸਾਡੇ ਨਾਲ ਹੈ। ਔਰ ਇਹ ਭਰੋਸਾ ਸਾਨੂੰ ਆਪਣੇ ਮਨ ਦੇ ਵਿੱਚ ਰੱਖਣਾ ਹੈ। ਭਾਵੇਂ ਸਾਡਾ ਕੋਈ ਕੰਮ ਬਣ ਰਿਹਾ, ਭਾਵੇਂ ਕੋਈ ਕੰਮ ਨਹੀਂ ਬਣ ਰਿਹਾ, ਜੇ ਨਹੀਂ ਵੀ ਬਣ ਰਿਹਾ ਉਹਦੇ ਵਿੱਚ ਵੀ ਹੁਣ 4.5 ਸਾਲ 5 ਸਾਲ ਹੋਣ ਲੱਗੇ ਅਸੀਂ ਵੀਲ ਚੇਅਰ 'ਤੇ ਹੈਗੇ ਹਾਂ, ਅਸੀਂ ਲੜ ਤੇ ਨਹੀਂ ਸਕਦੇ। ਜਾਂ ਕੋਈ ਹੋਰ, ਜੇ ਮੰਨ ਲਓ ਕਿਸੇ ਨੂੰ ਕੋਈ ਬਿਮਾਰੀ ਹੈ, ਕਿਸੇ ਨੂੰ ਕੋਈ ਰੋਗ ਹੈ, ਕੀ ਅਸੀਂ ਗੁਰੂ ਨਾਲ ਲੜ ਕੇ ਆਪਣੀ ਬਿਮਾਰੀਆਂ ਠੀਕ ਕਰਾ ਸਕਦੇ ਹਾਂ? ਨਹੀਂ ਕਰਾ ਸਕਦੇ। ਸਾਧ ਸੰਗਤ, ਗੁਰਬਾਣੀ ਕਹਿੰਦੀ ਹੈ, ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚਲੈ ਅਰਦਾਸ। ਅਰਦਾਸ ਕਰਕੇ ਗੁਰੂ ਬਿਮਾਰੀਆਂ ਮੇਟ ਦੇਵੇ, ਗੱਲ ਵੱਖਰੀ ਹੈ। ਅਰਦਾਸ ਕਰਕੇ ਗੁਰੂ ਬਖਸ਼ਿਸ਼ ਕਰ ਦੇਵੇ, ਗੱਲ ਵੱਖਰੀ ਹੈ। ਪਰ ਅਸੀਂ ਹੁਕਮ ਨਹੀਂ ਚਲਾ ਸਕਦੇ, ਅਸੀਂ ਅਰਦਾਸ ਕਰ ਸਕਦੇ ਹਾਂ, ਕਿਉਂਕਿ ਗੁਰਬਾਣੀ ਕਹਿ ਰਹੀ ਹੈ। ਜਦੋਂ 24 ਘੰਟੇ ਗੁਰੂ ਸਾਹਿਬ ਅੰਗ ਸੰਗ ਨੇ, ਜਮ ਬਪੁਰਾ ਮੌਕੋ ਕਹਾ ਡਰਾਈ, ਫਿਰ ਜਮਦੂਤ ਕਿੱਥੇ ਆਏਗਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜਮਦੂਤ ਕਿੱਥੇ ਆਉਣਗੇ? ਸਾਧ ਸੰਗਤ ਜੀ, ਇਤਿਹਾਸ ਦਾ ਇੱਕ ਵਾਕਿਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਅਵਗਤ ਰੂਹਾਂ ਦੇ ਦਰਸ਼ਨ ਕਰਾਓ। ਸੁਖਮਨੀ ਸਾਹਿਬ ਜੀ ਦੇ ਵਿੱਚ ਬਚਨ ਆਉਂਦੇ ਨੇ, ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ। ਭੂਤ ਪ੍ਰੇਤ ਸੂਕਰ ਮ੍ਰਿਗਾਚ, ਗੰਦ ਖਾਣ ਵਾਲੇ। ਗੁਰਬਾਣੀ ਦੀ ਪੰਕਤੀ, ਗੁਰਬਾਣੀ ਦੇ ਬਾਹਰ ਨਹੀਂ ਜਾਓ। ਸਿੰਘਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਨੇ ਕਿਰਪਾ ਕੀਤੀ, ਸਾਰਿਆਂ ਨੂੰ ਦ੍ਰਿਸ਼ਟੀ ਬਖਸ਼ੀ। ਜਦੋਂ ਦਿਖਣੇ ਸ਼ੁਰੂ ਹੋ ਗਏ ਤੇ ਚਾਰੋਂ ਪਾਸੇ ਬਸ ਇਹੀ ਰੂਹਾਂ ਹੀ ਅਵਗਤ ਰੂਹਾਂ, ਸਾਰਾ ਅਨੰਦਪੁਰ ਸਾਹਿਬ ਭਰ ਗਿਆ। ਸਿੱਖਾਂ ਨੇ ਮਹਾਰਾਜ ਨੂੰ ਕਿਹਾ, ਮਹਾਰਾਜ ਜੀ ਇੰਨੀਆਂ ਅਵਗਤ ਰੂਹਾਂ, ਇੰਨਾ ਬੁਰਾ ਹਾਲ, ਇਹ ਕੀ ਇਹਨਾਂ ਦੇ ਨਾਲ ਹੋਇਆ, ਕਿਉਂ ਹੋਇਆ? ਮਹਾਰਾਜ ਕਹਿੰਦੇ ਤੁਸੀਂ ਆਪੇ ਪੁੱਛੋ ਇਹਨਾਂ ਨੂੰ। ਮਹਾਰਾਜ ਕਹਿੰਦੇ ਆਪੇ ਪੁੱਛੋ। ਅਸੀਂ ਗੱਲ ਕਰ ਰਹੇ ਹਾਂ, ਜਦੋਂ ਗੁਰੂ 24 ਘੰਟੇ ਨਾਲ ਹੈ ਤੇ ਉੱਥੇ ਜਮਦੂਤ ਕਿੱਥੇ ਆ ਜਾਣਗੇ? ਤੇ ਅਵਗਤ ਰੂਹਾਂ ਨੇ ਕਿਹਾ, ਮਹਾਰਾਜ ਜਦੋਂ ਤੋਂ ਗੁਰੂ ਰਾਮਦਾਸ ਜੀ ਮਹਾਰਾਜ ਨੇ ਲਾਵਾਂ ਦਾ ਪਾਠ ਦਿੱਤਾ ਸਿੱਖਾਂ ਨੂੰ ਆਨੰਦ ਕਾਰਜ ਕਰਨ ਵਾਸਤੇ, ਤਦੋਂ ਤੋਂ ਸਾਡੀਆਂ ਗਿਣਤੀਆਂ ਤੇ ਘਟ ਗਈਆਂ, ਨਹੀਂ ਤੇ ਅਸੀਂ ਤੇ ਹੋਰ ਕਈ ਲੱਖਾਂ ਦੀ ਗਿਣਤੀਆਂ ਦੇ ਵਿੱਚ ਸੀਗੇ। ਕਹਿੰਦੇ ਕਿ ਹੁਣ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਲਾਵਾਂ ਦਾ ਪਾਠ ਪੜ੍ਹਿਆ ਜਾਂਦਾ ਹੈ, ਜਦੋਂ ਲਾੜੀ ਤੇ ਲਾੜਾ ਫੇਰੇ ਲੈਂਦੇ ਨੇ, ਤੇ ਸਾਡਾ ਵਸ ਨਹੀਂ ਚੱਲਦਾ ਕਿ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਉਹਨਾਂ ਦਾ ਨੁਕਸਾਨ ਕਰੀਏ ਔਰ ਆਪਣੀ ਪੂਰਤੀ ਕਰੀਏ। ਸਾਧ ਸੰਗਤ ਜੀ, ਸਿੱਖ ਕੌਮ ਬਹੁਤ ਸੁਖੀ ਕੌਮ ਹੈ। ਵਰਲਡ ਵਾਈਡ ਸਿੱਖ ਕੌਮ ਦੇ ਵਿੱਚ ਜੋ ਡਿਵੋਰਸ ਰੇਟ ਹੈ ਸਭ ਤੋਂ ਮਿਨੀਮਮ ਹੈ, ਕਰਕੇ ਸਿੱਖਾਂ ਨੂੰ ਮਹਾਰਾਜ ਨੇ ਫੇਰੇ ਬਖਸ਼ੇ ਨੇ, ਉਲਟੇ ਫੇਰੇ ਨਹੀਂ ਬਖਸ਼ੇ। ਸਿੱਖੀ ਦੇ ਵਿੱਚ ਤਲਾਕ 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 ਕੋਈ ਚੀਜ਼ ਨਹੀਂ ਹੈਗੀ ਹੈ। ਔਰ ਯਕੀਨ ਮੰਨਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੀ ਹੈ ਜੋ ਸਾਡੇ ਘਰਾਂ ਦੇ ਵਿੱਚ ਅੱਜ ਬੱਚੇ ਬੱਚੀਆਂ ਇਕੱਠੇ ਰਹਿ ਰਹੇ ਨੇ। ਠੀਕ ਹੈ, 1-2 ਪਰਿਵਾਰ 2-3 ਪਰਿਵਾਰ ਇਹੋ ਜਿਹੇ ਹੋਣਗੇ ਜਿਨ੍ਹਾਂ ਦੀ ਆਪਸ 'ਚ ਨਹੀਂ ਬਣੀ ਹੋਣੀ, ਈਗੋ ਕਰਕੇ ਕਹਿ ਲਈਏ, ਕਰਮ ਕਰਕੇ ਕਹਿ ਲਈਏ, ਲੈਟਸ ਟੇਕ ਇਟ ਪ੍ਰੈਕਟੀਕਲ ਕਿ ਐਕਸੈਪਸ਼ਨਸ ਆਰ ਦੇਅਰ, ਸਾਨੂੰ ਪਤਾ ਹੈ। ਲੇਕਿਨ
ਸਿੱਖਾਂ ਦੀ ਧੀਆਂ ਆਪਣੇ ਘਰਾਂ ਦੇ ਵਿੱਚ ਖੁਸ਼ ਤਾਂ ਹੈਗੀਆਂ ਕਿਉਂਕਿ ਮਹਾਰਾਜ ਨੇ ਲਾਵਾਂ ਫੇਰੇ ਦੇ ਜਾਪ ਦਿੱਤੇ ਸਨ। ਤੋ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ ਗਏ, ਜੇ ਅਵਗਤ ਰੂਹਾਂ ਨਹੀਂ ਆ ਸਕਦੀਆਂ ਤੇ ਜਮਦੂਤ ਕਿੱਥੋਂ ਆਣਗੇ? ਜਮਦੂਤ ਕਿੱਥੋਂ ਆਣਗੇ? ਉਹ ਮਹਾਰਾਜ ਨੇ ਕਿਹਾ ਕਿ ਹੁਣ ਫਿਰ ਫਰਕ ਕੀ ਰਹਿ ਗਿਆ? ਕਹਿੰਦੇ ਮਹਾਰਾਜ ਜਿਹੜੇ ਲਾਵਾਂ ਫੇਰੇ ਪੜ ਲੈਂਦੇ ਨੇ, ਜਿਨ੍ਹਾਂ ਦੇ ਵਿਆਹ ਲਾਵਾਂ ਫੇਰੇ ਕਰਕੇ ਹੁੰਦੇ ਨੇ, ਸਾਨੂੰ ਅਲਾਉਡ ਨਹੀਂ ਹੈਗਾ ਉਹਨਾਂ ਨੂੰ ਅਵਗਤ ਰੂਪ ਦੇ ਵਿੱਚ ਰੱਖਣਾ। ਉਹਨਾਂ ਦੀ ਗਤੀ ਹੁੰਦੀ ਹੀ ਹੁੰਦੀ ਹੈ। ਉਹ ਲਾਵਾਂ ਫੇਰੇ ਦਾ ਪਾਠ ਲੈ ਕੇ ਜੋ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਆਪਣਾ ਸਾਰਾ ਜੀਵਨ ਬਤੀਤ ਕਰਨ ਵਾਸਤੇ ਤਿਆਰ ਹੋ ਜਾਂਦਾ ਹੈ। ਥਿੰਕ ਅਬਾਊਟ ਅ ਡਾਟਰ। ਇੱਕ ਕੁੜੀ ਦੇ ਬਾਰੇ ਜੇ ਸੋਚੀਏ, ਛੋਟੀ ਛੋਟੀ ਬੱਚੀਆਂ ਸਾਹਮਣੇ ਬੈਠੀਆਂ ਆ, ਇਹਨਾਂ ਦੀ ਮਾਵਾਂ ਨੂੰ, ਇਹਨਾਂ ਦੇ ਪਿਓ ਨੂੰ, ਪਿਤਾ ਜੀ ਨੂੰ ਇਹਨਾਂ ਦੇ ਵਿਆਹ ਸ਼ਾਦੀ ਦਾ ਅਹਿਸਾਸ ਹੋਣਾ ਹੈ। ਇੱਕ ਬੱਚੀ ਆਪਣਾ ਸਾਰਾ ਕੁਝ ਛੱਡ ਕੇ ਨਵੇਂ ਘਰ, ਨਵੇਂ ਬੰਦੇ ਦੇ ਨਾਲ, ਨਵੇਂ ਮਾਹੌਲ ਦੇ ਵਿੱਚ, ਨਵੇਂ ਸ਼ਹਿਰਾਂ ਦੇ ਵਿੱਚ, ਕਦੀ ਕਦਾਰ ਨਵੀਂ ਕੰਟਰੀਆਂ ਦੇ ਵਿੱਚ ਵੀ ਜਾਣ ਨੂੰ ਤਿਆਰ ਹੋ ਜਾਂਦੀ ਹੈ। ਉਹਦੇ ਕੋਲ ਕਿਹੜਾ ਆਸਰਾ ਹੈ? ਉਹਦੇ ਕੋਲ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਾਵਾਂ ਫੇਰੇ ਦਾ ਆਸਰਾ ਹੈ। ਤੌ ਪੱਲੇ ਤੈਂਡੇ ਲਾਗੀ, ਤੇਰੇ ਪੱਲੇ ਨਾਲ ਬੰਨ ਲਿਆ ਮਹਾਰਾਜ, ਹੁਣ ਬਸ ਤੂੰ ਕਿਰਪਾ ਰੱਖੀ। ਸੋ ਜਮ ਬਪੁਰਾ ਮੋਕੋ ਕਹਾ ਡਰਾਏ, ਜਮਦੂਤ ਉਸ ਥਾਂ ਭਟਕ ਵੀ ਨਹੀਂ ਸਕਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਹੈਗੀ। ਇਸੀ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ 5 ਬਾਣੀਆਂ ਦਾ ਨਿਤਨੇਮ ਅੰਮ੍ਰਿਤ ਵੇਲੇ, ਸ਼ਾਮ ਨੂੰ ਨਿਤਨੇਮ ਸ੍ਰੀ ਸੋਦਰ ਸੰਧਿਆ ਰਹਿਰਾਸ ਸਾਹਿਬ ਜੀ ਦੇ, ਰਾਤ ਨੂੰ ਕੀਰਤਨ ਸੋਹਿਲੇ ਦੇ, ਕਿ 24 ਘੰਟੇ ਗੁਰਸਿੱਖ ਦੇ ਆਲੇ ਦੁਆਲੇ ਬਾਣੀ ਦਾ ਪੈਰਾ ਰਵੇ। ਮਤ ਕੇ ਜਾਪਹਿ ਸਾਹੋ ਆਵੈ ਕੇ ਨਾ ਆਵੈ ਰਾਮ। ਕੀ ਪਤਾ ਕਦੋਂ ਸਵਾਸਾਂ ਦੀ ਪੂੰਜੀ ਸਮਾਪਤ ਹੋ ਜਾਵੇ। ਗੁਰਬਾਣੀ ਦਾ ਜਾਪ ਕੀਤਾ ਹੋਏਗਾ ਤੇ ਜੰਮਾ ਨੇ ਨੇੜੇ ਨਹੀਂ ਆਣਾ। ਸਾਧ ਸੰਗਤ ਜੀ ਰਹਾਓ, ਵਿਸ਼ਰਾਮ ਦਿੰਦੇ ਨੇ। ਹਰ ਮੇਰੀ ਓਟ ਮੈਂ ਹਰ ਕਾ ਤਾਣ। ਸਾਨੂੰ ਕੇਵਲ ਤੇ ਕੇਵਲ ਹਰੀ ਦੀ ਓਟ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣਾ ਰੈਫਰੈਂਸ ਦੇ ਕੇ ਸਾਨੂੰ ਸਮਝਾ ਰਹੇ ਨੇ, ਗੁਰਸਿੱਖੋਂ ਪਿਆਰਿਓ, ਕੇਵਲ ਤੇ ਕੇਵਲ ਪਰਮਾਤਮਾ ਦੀ ਓਟ ਰੱਖਿਓ, ਪਰਮੇਸ਼ਵਰ ਦੀ ਓਟ ਰੱਖਿਓ, ਹੋਰ ਕਿਸੇ ਦੀ ਓਟ ਨਹੀਂ ਰੱਖਣੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਆਪਣੀ ਗੁਰਬਾਣੀ ਦੇ ਵਿੱਚ ਵੀ ਫਰਮਾਨ ਕਰਦੇ ਨੇ ਕਿ ਜਦੋਂ ਸਰੀਰ ਸ਼ਾਂਤ ਹੋ ਜਾਂਦਾ ਨਾ, ਉਸ ਸਮੇਂ ਘਰ ਜਦੋਂ ਤੱਕ ਸਰੀਰ ਦੇ ਵਿੱਚ ਆਤਮਾ ਹੈਗੀ ਹੈ, ਸਾਰੇ ਵਾਵਾ ਵਾਵਾ ਨਾਲ। ਜਦੋਂ ਸਰੀਰ ਸ਼ਾਂਤ ਹੋ ਗਿਆ ਤੇ ਮਹਾਰਾਜ ਕਹਿੰਦੇ ਨੇ, ਪ੍ਰੇਤ ਪ੍ਰੇਤ ਕਰ ਭਾਗੀ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਫਰਮਾਨ। ਘਰ ਦੀ ਇਸਤਰੀ ਹੈ, ਘਰ ਦਾ ਪੁਰਸ਼ ਹੈ, ਬਹੁਤ ਪ੍ਰੇਮ ਕਰਦੀ ਹੈ, ਨਾਲ ਨਾਲ 24 ਘੰਟੇ। ਅੱਜ ਕੱਲ੍ਹ ਉਹ ਮੋਬਾਈਲ ਫੋਨ 'ਤੇ ਸੈਲਫੀਆਂ ਹੋ ਗਈਆਂ, ਫੋਟੋਆਂ ਹੋ ਗਈਆਂ, ਬਹੁਤ ਪ੍ਰੇਮ ਕਰਦੀ ਹੈ। ਪਰ ਨਾਲੇ ਜਬ ਹੀ ਹੰਸ ਤਜੀ ਇਹ ਕਾਇਆ, ਜਦੋਂ ਇਹ ਆਤਮਾ ਇਸ ਸਰੀਰ ਤੋਂ ਨਿਕਲ ਜਾਂਦੀ ਹੈ, ਪ੍ਰੇਤ ਪ੍ਰੇਤ ਕਰ ਭਾਗੀ। ਲੈ ਜਾਓ ਇਹਨੂੰ, ਲੈ ਜਾਓ ਇਹਨੂੰ, ਲੈ ਜਾਓ। ਫਿਰ ਉਸੀ ਸਰੀਰ ਦੇ ਵਿੱਚੋਂ ਉਹੀ ਸਰੀਰ ਜਿਹੜਾ ਆ ਡਰਾਉਂਦਾ ਹੈ, ਉਹੀ ਸਰੀਰ ਡਰਾਉਂਦਾ ਹੈ। ਸੋ ਸਾਨੂੰ ਗੁਰੂ ਮਹਾਰਾਜ ਬਾਰ-ਬਾਰ ਫਰਮਾਨ ਕਰ ਰਹੇ ਨੇ, ਹਰ ਮੇਰੀ ਓਟ ਮੈਂ ਹਰ ਕਾ ਤਾਣ। ਮੇਰੀ ਓਟ ਵੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਔਰ ਮੈਨੂੰ ਤਾਣ ਵੀ, ਮੈਨੂੰ ਭਰੋਸਾ ਵੀ, ਮੈਨੂੰ ਮਾਣ ਵੀ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ। ਕਿਉਂ? ਮੇਰਾ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਵਾਰਨਾ ਹੈ, ਸਵਾਰਿਆ ਹੈ, ਸਵਾਰਦੇ ਆਏ ਨੇ, ਅੱਗੇ ਵੀ ਸਵਾਰਨਗੇ। ਸਾਧ ਸੰਗਤ ਜੀ, ਇਤਿਹਾਸ ਵਿੱਚ ਬੀਬੀ ਰਜਨੀ ਦੀ ਦਾ ਜ਼ਿਕਰ ਆਉਂਦਾ ਆ। ਦੁਨੀ ਚੰਦ ਰਾਜੇ ਦੀ ਛੋਟੀ ਧੀ, 7 ਧੀਆਂ ਸੀਗੀਆਂ, ਸਭ ਤੋਂ ਛੋਟੀ ਬੀਬੀ ਰਜਨੀ। ਮੈਂ ਹਰ ਕਾ ਤਾਣ, ਮੈਨੂੰ ਸਿਰਫ ਤੇ ਸਿਰਫ ਆਪਣੇ ਅਕਾਲ ਪੁਰਖ ਵਾਹਿਗੁਰੂ ਤੇ ਹੀ ਭਰੋਸਾ ਹੈ, ਹੋਰ ਕਿਸੇ ਤੇ ਨਹੀਂ, ਮੈਨੂੰ ਉਸੀ ਤੇ ਮਾਣ ਹੈ। 7 ਭੈਣਾਂ ਆਪਸ ਦੇ ਵਿੱਚ ਗੱਲਬਾਤ ਕਰਦੀਆਂ ਨੇ
ਪਿਓ ਨੇ ਬਹੁਤ ਵਧੀਆ ਵਧੀਆ ਕੱਪੜੇ ਲਿਸ਼ਕਦੇ ਹੋਏ ਤੇ ਜੇਵਰਾਤ ਦਿੱਤੇ ਨੇ, ਜੋ ਇਤਿਹਾਸ 'ਚ ਜ਼ਿਕਰ ਆਉਂਦਾ। ਬੜੀ ਖੁਸ਼ ਹੁੰਦੀਆਂ ਸਾਰੀ ਬੱਚੀਆਂ। ਬੀਬੀ ਰਜਨੀ ਕਹਿੰਦੀ ਠੀਕ ਹੈ, ਇਹ ਸਾਰਾ ਕੁਝ ਦਿੱਤਾ, ਪਰ ਸਾਡੇ ਪਿਓ ਨੂੰ ਵੀ ਇਹ ਸਾਰਾ ਕੁਝ ਪਰਮੇਸ਼ਵਰ ਨੇ ਦਿੱਤਾ, ਉਹਨੇ ਆਪ ਕੋਈ ਹਵਾ ਤੋਂ ਨਹੀਂ ਲਿਆ। ਦੁਨੀ ਚੰਦ ਹੰਕਾਰ ਦਾ ਭਰਿਆ ਜਦੋਂ ਗੱਲ ਪਹੁੰਚਦੀ ਹੈ, ਕਹਿੰਦੀ ਮੈਂ ਇੰਨਾ ਵੱਡਾ ਰਾਜਾ ਹਾਂ ਅਤੇ ਮੇਰੀ ਆਪਣੀ ਧੀ ਮੇਰਾ ਅਪਮਾਨ ਕਰ ਰਹੀ ਹੈ, ਮੇਰੀ ਆਪਣੀ ਧੀ ਮੈਨੂੰ ਛੋਟਾ ਕਹਿ ਰਹੀ ਹੈ ਅਤੇ ਪਰਮੇਸ਼ਵਰ ਨੂੰ, ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ ਵੱਡਾ ਕਹਿ ਰਹੀ ਹੈ। ਆਪਣੀ ਧੀ ਦੇ ਨਾਲ ਵੀ ਖੈਰ ਵੈਰ ਰੱਖਿਆ ਅਤੇ ਉਹਨੂੰ ਇੱਕ ਕੌੜੀ ਦੇ ਪੱਲੇ ਬੰਨ੍ਹਤਾ, ਉਹਦਾ ਵਿਆਹ ਕੌੜੀ ਦੇ ਨਾਲ ਕਰਤਾ। ਪਰ ਬੀਬੀ ਰਜਨੀ ਡੋਲੀ ਨਹੀਂ, ਜ਼ਿਆਦਾ ਡੀਟੇਲ 'ਚ ਨਹੀਂ ਜਾਉਂਦੇ। ਤਾਣ ਭਰੋਸਾ ਗੁਰਬਾਣੀ ਦਾ ਰੱਖਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਭਰੋਸਾ ਰੱਖਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦੇ ਨਾਲ, ਗੁਰੂ ਸਾਹਿਬ ਦੀ ਬਾਣੀ ਦੇ ਭਰੋਸੇ ਰਹਿ ਕੇ ਪਰਮੇਸ਼ਵਰ ਨੂੰ ਵੱਡਾ ਮੰਨਿਆ, ਆਪਣੇ ਪਿਓ ਨੂੰ ਛੋਟਾ ਮੰਨਿਆ, ਅਹੰਕਾਰ ਨੂੰ ਪੱਠੇ ਨਹੀਂ ਪਾਏ। ਇਹੀ ਹਾਲ ਹਰਣਾਕਸ ਦੇ ਨਾਲ ਹੋਇਆ, ਜੋ ਆਪਣਾ ਜਾਪ ਕਰਾਉਂਦਾ ਸੀਗਾ ਔਰ ਭਗਤ ਪ੍ਰਹਿਲਾਦ ਜੀ ਨੇ ਕਿਹਾ ਜੋ ਕਰਨਾ ਕਰ ਲਓ, ਮੈਂ ਤੇ ਨਹੀਂ ਮੰਨੂੰਗਾ, ਮੈਂ ਤੇ ਰਾਮ ਨੂੰ ਹੀ ਮੰਨੂੰਗਾ, ਮੈਂ ਤੇਰਾ ਨਾਮ ਨਹੀਂ ਜਪੂੰਗਾ, ਹਰਣਾਕਸ ਹਰਣਾਕਸ ਨਹੀਂ ਕਰੂੰਗਾ, ਮੈਂ ਰਾਮ ਰਾਮ ਹੀ ਕਰੂੰਗਾ। ਆਪਣੇ ਘਰ ਦੇ ਹੀ ਨਹੀਂ ਛੱਡੇ ਹੰਕਾਰੀਆਂ ਨੇ। ਜਿਸ ਔਰੰਗਜ਼ੇਬ ਨੇ 9ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀਆਂ ਦੇ ਕਾਰਨ ਬਣਿਆ, ਸ਼ਹੀਦੀਆਂ ਕਰਾਈਆਂ ਮਹਾਰਾਜ ਦੀ, ਗੁਰਸਿੱਖਾਂ ਦੀ, ਉਹਨੇ ਆਪਣੇ ਪਰਿਵਾਰ ਨੂੰ ਵੀ ਨਹੀਂ ਛੱਡਿਆ, ਆਪਣਾ ਪਿਓ, ਆਪਣੇ ਭਰਾ, ਕਿਸੇ ਨੂੰ ਨਹੀਂ ਛੱਡਿਆ। ਇੰਨਾ ਹੰਕਾਰ ਬੰਦੇ ਨੂੰ ਮਾਣ ਦਿੰਦਾ ਜੇ ਸਾਡਾ ਭਰੋਸਾ ਰੱਬ 'ਤੇ ਨਾ ਹੋਵੇ। ਹਰ ਮੇਰਾ ਸਖਾ ਮਨ ਮਾਹੇ ਦੀਵਾਨ। ਫਿਰ ਗੁਰੂ ਮਹਾਰਾਜ ਕਹਿ ਰਹੇ ਹੈ ਕਿ ਮੇਰਾ ਜਿਹੜਾ ਮਿੱਤਰ ਆ, ਮੇਰਾ ਜਿਹੜਾ ਸਖਾ ਹੈ, ਬੰਧੂ ਹੈ, ਮੇਰਾ ਜਿਹੜਾ ਫਰੈਂਡ ਹੈ, ਉਹ ਕੇਵਲ ਅਤੇ ਕੇਵਲ ਹਰੀ ਅਕਾਲ ਪੁਰਖ ਵਾਹਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮੈਨੂੰ ਸਿਰਫ ਅਤੇ ਸਿਰਫ ਇਹਦੀ ਹੀ ਆਸ ਹੈ, ਇਹਦਾ ਹੀ ਭਰੋਸਾ ਹੈ। ਮਨ ਮਾਹੇ ਦੀਵਾਨ, ਮੇਰੀ ਪਹੁੰਚ, ਮੇਰੀ ਲਿਮਿਟ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਹੈਗੀ ਹੈ। ਸਾਧ ਸੰਗਤ ਜੀ, ਭਰੋਸਾ ਰੱਖਣ ਵਾਲੇ ਇਹੋ ਜਿਹੇ ਵੀ ਹੈਗੇ ਆ। ਇੰਗਲੈਂਡ ਦੇ ਵਿੱਚ ਇੱਥੇ ਬਖਸ਼ਿਸ਼ ਬਹੁਤ ਮਹਾਰਾਜ ਦੀ, ਸਾਰੀ ਰਾਤ ਗੁਰੂ ਘਰ ਦੇ ਦਰਵਾਜ਼ੇ ਕਿਵਾੜ ਖੁੱਲ੍ਹੇ ਰਹਿੰਦੇ ਨੇ, ਸੰਗਤ ਦਰਸ਼ਨਾਂ ਕਰਨ ਆਉਂਦੀਆਂ ਨੇ। ਪਰ ਬਾਹਰਲੇ ਮੁਲਕਾਂ ਦੇ ਵਿੱਚ ਟਾਈਮ ਬੰਨੇ ਹੋਏ ਆ, 7:30 ਵਜੇ, 8 ਵਜੇ, ਵੱਧ ਤੋਂ ਵੱਧ 9 ਵਜੇ ਤਾਲੇ ਬੰਦ ਹੋ ਜਾਂਦੇ ਆ ਆਮ ਤੌਰ 'ਤੇ ਗੁਰੂ ਘਰਾਂ ਦੇ। ਇਹੋ ਜਿਹੇ ਵੀ ਗੁਰਸਿੱਖ ਹੈਗੇ ਆ ਜਿਹੜੇ ਦਿਨ ਵਿੱਚ, ਸ਼ਾਮ ਵਿੱਚ, ਸਵੇਰੇ ਸਮਾਂ ਨਹੀਂ ਕੱਢ ਪਾਉਂਦੇ ਆਪਣੀ ਕਿਰਤ ਵਿਹਾਰਾਂ ਕਰਕੇ, ਪਰ ਉਹ ਰਾਤ ਨੂੰ 10 ਵਜੇ 11 ਵਜੇ ਵੀ ਬੰਦ ਦਰਵਾਜ਼ੇ 'ਤੇ ਵੀ ਜਾ ਕੇ ਮੱਥਾ ਟੇਕਦੇ ਨੇ। ਬੰਦ ਦਰਵਾਜ਼ੇ ਦੇ ਵੀ ਅੰਦਰੋਂ ਪਾਉਣ 2 ਪਾਉਣ ਜੋ ਵੀ ਇਹਨਾਂ ਦੀ ਸ਼ਰਧਾ ਭੇਟ ਹੈ, ਮਹਾਰਾਜ ਦੇ ਦਰਵਾਜ਼ੇ ਦੇ ਅੱਗੇ ਮੱਥਾ ਟੇਕ ਕੇ ਨਿਕਲ ਜਾਂਦੇ ਨੇ। ਉਹਨਾਂ ਦਾ ਇੰਨਾ ਵੀ ਭਰੋਸਾ ਹੈਗਾ ਕਿ ਠੀਕ ਹੈ, ਮਹਾਰਾਜ ਸਾਹਿਬ ਸੁਖਾਸਨ ਨੇ, ਪ੍ਰਕਾਸ਼ ਨਹੀਂ ਹੈ, ਗੁਰੂ ਘਰ ਦਾ ਮੇਨ ਗੇਟ ਵੀ ਬੰਦ ਹੈ। ਕਿੰਨੀ ਵਾਰ ਜਾਓ ਅਤੇ ਆਪ ਜੀ ਨੂੰ ਸਵੇਰੇ ਗੇਟ ਦੇ ਉੱਪਰ ਕਦੀ 5 ਪਾਉਂਡ ਦਾ ਨੋਟ, ਕਦੀ ਪਾਉਂਡ, ਕਦੀ 2 ਪਾਉਂਡ ਦੇ ਸਿੱਕੇ ਮਿਲਦੇ ਆ। ਉਹ ਔਰ ਹੈਰਾਨੀ ਦੀ ਗੱਲ ਹੈ ਸਾਧ ਸੰਗਤ ਜੀ, ਉਹ ਚੱਕੇ ਵੀ ਨਹੀਂ ਜਾਂਦੇ। ਉਹਨਾਂ ਨੂੰ ਕੋਈ ਚੱਕੇ ਨਹੀਂ ਲੈ ਕੇ ਜਾਂਦਾ ਕਿ ਕੋਈ ਚੋਰ ਆ ਕੇ ਚੱਕੇ ਲੈ ਗਿਆ ਜਾਂ ਕੋਈ ਪਾਉਂਡ 2 ਪਾਉਂਡ ਨਸ਼ੇੜੀ ਆ ਗਿਆ, ਉੱਥੇ ਹੀ ਪਏ ਰਹਿੰਦੇ ਆ। ਮਹਾਰਾਜ ਦੇ ਘਰੋਂ ਕੋਈ ਇਸ ਤਰ੍ਹਾਂ ਨਹੀਂ ਲੈ ਕੇ ਜਾਂਦਾ। ਸ਼ਰਧਾ ਭਾਵਨਾ, ਮਨ ਮਾਹੇ ਦੀ ਬਾਣ, ਸਾਡੀ ਲਿਮਿਟ, ਸਾਡੀ ਬਾਉਂਡਰੀ, ਸਾਡੀ ਫਾਈਨਾਈਟ ਸਾਰੀ ਦੀ ਸਾਰੀ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤੇਰੇ ਹੁਕਮ 'ਚ ਰਹੀਏ ਮਹਾਰਾਜ, ਜਿਹੋ ਜਾ ਵੀ ਹੈ ਤੂੰ ਰੱਖ ਲੈ। ਹਰ ਮੇਰੀ ਪੂੰਜੀ ਮੇਰਾ ਹਰ ਵੇਸਾਹੋ, ਸਾਡੀ ਸਾਰੀ ਦੀ ਸਾਰੀ ਇਨਵੈਸਟਮੈਂਟ, ਸਾਡਾ ਸਾਰਾ ਦਾ ਸਾਰਾ ਕ੍ਰੈਡਿਟ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਕਹਿਣ ਦਾ ਭਾਵ ਹੈਗਾ ਆ, ਜੇ ਕੋਈ ਕੰਮ ਕਰਨਾ ਹੈ, ਜੇ ਕੋਈ ਮੁਨਾਫਾ ਹੈ, ਸਭ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਜੇ ਕੋਈ ਨੁਕਸਾਨ ਹੈ, ਸਭ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਜਦੋਂ ਸਿੱਖ ਦਾ ਇਹ ਭਰੋਸਾ ਬਣ ਜਾਂਦਾ ਆ ਨਾ, ਅਤੇ ਸਿੱਖ ਆਟੋਮੈਟਿਕ ਮੋਡ ਦੇ ਵਿੱਚ ਆ ਜਾਂਦਾ ਆ। ਇੱਕ ਮੈਨੂਅਲ ਗੱਡੀ ਹੁੰਦੀ ਹੈ, ਇੱਕ ਆਟੋਮੈਟਿਕ ਗੱਡੀ ਹੁੰਦੀ ਹੈ ਸਾਧ ਸੰਗਤ ਜੀ। ਜਦੋਂ ਸਿੱਖ ਆਪਣੇ ਹਰ ਜੀਵਨ ਦੇ ਹਰ ਪਹਿਲੂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ,
ਗੁਰੂ ਨੂੰ ਸਾਹਮਣੇ ਖੜਾ ਕਰ ਦਿੰਦਾ, ਫਿਰ ਉਹ ਭਾਵੇਂ ਹਾਰੇ ਭਾਵੇਂ ਜਿੱਤੇ, ਉਹ ਸਾਰਾ ਕੁਝ ਗੁਰੂ ਦੇ ਚਰਨਾਂ ਵਿੱਚ ਸੁੱਟ ਦਿੰਦਾ ਹੈ। ਔਰ ਉਹ ਹੈ ਆਨੰਦ ਦੀ ਸਟੇਟ। ਭਾਵੇਂ ਕੋਈ ਖੜੇ ਖੜੇ ਨੁਕਸਾਨ ਹੋ ਗਿਆ, ਭਾਵੇਂ ਆਂਦੇ ਆਂਦੇ ਲੋਟਰੀ ਦੀ ਟਿਕਟ ਲੱਗੀ, ਸਭ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਵਾਹਿਗੁਰੂ। ਸਾਰਾ ਕ੍ਰੈਡਿਟ ਜਾਂ ਸਾਰਾ ਇਨਵੈਸਟਮੈਂਟ ਬੈਂਕ ਦੇ ਲੋਕਰ। ਆਈ ਮੈਂ ਐਗਜ਼ਾਮਪਲ ਦੇ ਰਿਹਾ, ਆਮ ਜਸਟ ਗਿਵਨ ਐਗਜ਼ਾਮਪਲ ਕਿ ਅਸੀਂ ਕਿਸ ਤਰ੍ਹਾਂ ਇਸ ਪੰਕਤੀ ਨੂੰ ਸਮਝ ਸਕੀਏ। ਅਸੀਂ ਐਗਜ਼ਾਮਪਲ ਲੈਂਦੇ ਹਾਂ, ਆਪਾਂ ਸਵੇਰੇ ਉੱਠਦੇ ਹਾਂ ਸਾਧ ਸੰਗਤ ਜੀ, ਬ੍ਰਸ਼ ਕਰਨਾ ਹੈ, ਬਾਥਰੂਮ ਜਾਣਾ, ਸਭ ਕੁਝ ਕਿਰਿਆ ਬਣੀ ਹੋਈ ਹੈ ਮਨ ਦੇ ਵਿੱਚ ਵਾਹਿਗੁਰੂ 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 ਵਾਹਿਗੁਰੂ। ਕਈ ਗੁਰਸਿੱਖ ਮੂਲ ਮੰਤਰ ਦਾ ਜਾਪ ਕਰਦੇ ਆ, ਕਈ ਗੁਰਸਿੱਖ ਜਪਜੀ ਸਾਹਿਬ ਦਾ ਜਾਪ ਅੰਦਰ ਕਰੀ ਜਾਂਦੇ ਆ, ਕਈ ਗੁਰਸਿੱਖ ਅਰਥਾਂ ਦਾ ਜਾਪ ਕਰਦੇ ਆ। ਜਦੋਂ ਸੰਥਿਆ ਸਿਖਾਈ ਜਾਂਦੀ ਸੀ ਟਕਸਾਲ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਅਰਥ ਹੀ ਅੰਦਰ ਚਲੀ ਜਾਂਦੇ ਸੀਗੇ। ਇੱਕ ਓੰਕਾਰ ਸਤਨਾਮ ਤੇਰਾ ਨਾਮ ਸੱਚਾ ਹੈ, ਅਰਥ ਹੀ ਚਲੀ ਜਾਂਦੇ ਆ। ਉਹ ਆਟੋਮੈਟਿਕ ਮੋਡ ਹੈ, ਉਹਦੇ ਵਿੱਚ ਸਾਡੀਆਂ ਆਸਾਂ ਨਿਰਾਸ਼ਾ ਸਭ ਨਿਊਟਰਲ ਹੋ ਜਾਂਦੀਆਂ। ਉਹ ਅਫੁਰ ਅਵਸਥਾ ਜਿਹੜੀ ਆ, ਉਹ ਗੁਰੂ ਮਹਾਰਾਜ ਜਿਹਨੂੰ ਬਖਸ਼ਦੇ ਨੇ। ਸੰਗਤ ਵਿੱਚ ਬਹੁਤ ਬਿਰਾਜਮਾਨ ਹੋਣੇ ਆ ਇਹੋ ਜਿਹੇ, ਕਿਸੇ ਦੀ ਸ਼ਕਲ 'ਤੇ, ਕਿਸੇ ਦੀ ਪੱਗ 'ਤੇ, ਕਿਸੇ ਦੇ ਪਰਨੇ 'ਤੇ, ਕਿਸੇ ਦੇ ਕੱਪੜੇ 'ਤੇ ਕੁਛ ਨਹੀਂ ਲਿਖਿਆ। ਸਾਧ ਸੰਗਤ ਜੀ, ਲੈਟਸ ਨੋਟ ਟੇਕ ਐਨੀਥਿੰਗ ਫॉर ਗ੍ਰੈਂਟਿਡ। ਕੀ ਪਤਾ ਗੁਰੂ ਤੇਗ ਬਹਾਦਰ ਮਹਾਰਾਜ ਕਿਹਦੇ ਸਿਰ ਦੇ ਉੱਪਰ ਹੱਥ ਰੱਖ ਕੇ ਉਹਦੇ ਕੋਲੋਂ ਕੀ ਸੇਵਾ ਲੈ ਰਹੇ ਨੇ, ਕੀ ਉਹਨੂੰ ਅਵਸਥਾ ਬਖਸ਼ੀ ਹੋਈ ਹੈ। ਕਿਸੇ ਨੇ ਸੋਚਿਆ ਸੀਗਾ ਕਿ ਇੱਕ ਕੌੜੀ ਜੋ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ, ਪੜ੍ਹ ਨਹੀਂ ਸਕਦਾ, ਅਨਪੜ੍ਹ ਹੈਗਾ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਿਰ 'ਤੇ ਹੱਥ ਰੱਖ ਕੇ ਪੂਰੀ ਗੀਤਾ ਦਾ ਅਰਥ ਕਰਵਾ ਲੈਣਗੇ। ਕਦੀ ਕਿਸੇ ਨੇ ਸੋਚਿਆ ਹੋਵੇਗਾ ਉਸ ਸਮੇਂ? ਇਹ ਹੈ ਗੁਰੂ ਦੀ ਬਖਸ਼ਿਸ਼। ਨੀਚੋਂ ਊਚ ਕਰੈ ਮੇਰਾ ਗੋਬਿੰਦ, ਗੁਰਮੁਖ ਧਨ ਖੱਟੀ ਹਰ ਮੇਰਾ ਸਾਹੋ। ਔਰ ਗੁਰੂ ਮਹਾਰਾਜ ਕਹਿੰਦੇ ਆ ਕਿ ਇਹ ਜਿਹੜੀ ਸਾਰੀ ਦੀ ਸਾਰੀ ਖਜ਼ਾਨੇ ਹੈਗੇ ਆ, ਇਹ ਜਿਹੜਾ ਧਨ ਹੈਗਾ ਆ, ਇਹ ਖੱਟਣ ਵਾਲਿਆਂ ਨੂੰ ਗੁਰਮੁਖ ਕਹਿੰਦੇ ਆ, ਜਿਹੜੇ ਆਪ ਜੀ ਸਾਰੇ ਗੁਰੂ ਵੱਲ ਮੁਖ ਕਰਕੇ ਬੈਠੇ ਹੋਏ ਆ। ਸਾਧ ਸੰਗਤ ਜੀ, ਸਾਡੇ ਕੋਲ ਸਮਾਂ 5 ਮਿੰਟ ਦਾ ਰਹਿ ਗਿਆ। ਰਹਿਰਾਸ ਸਾਹਿਬ ਜੀ ਦੀ ਗੁਰਬਾਣੀ ਦਾ ਮਹੱਤਮ, ਜਿਹਦੇ ਵਿੱਚ ਜ਼ਿਕਰ ਆਉਂਦਾ ਆ ਗੁਰਮੁਖਾਂ ਦਾ, ਆਪਾਂ ਨੇ ਸਾਰਿਆਂ ਨੇ ਸੁਣਿਆ। ਸੁੰਨ ਸਮਾਧੀ ਗੁਰਬਾਣੀ ਦੇ ਵਿੱਚ ਕਈ ਵਾਰੀ ਆਇਆ। ਸੁੰਨ ਸਮਾਧੀ ਇੱਕ ਕਹਿ ਲਓ ਕਿ ਜਿੱਦਾਂ ਆਪਾਂ ਪੀਰ ਪੈਗੰਬਰ ਕਹਿ ਦਿੰਦੇ ਆ ਜਾਂ ਰਿਸ਼ੀ ਮੁਨੀ ਕਹਿ ਦਿੰਦੇ ਆ, ਸੁੰਨ ਸਮਾਧੀਆਂ ਦਾ ਵੀ ਆਪਣਾ ਇੱਕ ਧਰਮ ਕਹਿ ਲਓ, ਜਾਤ ਕਹਿ ਲਓ, ਉਹਨਾਂ ਦਾ ਵੀ ਆਪਣਾ ਇੱਕ ਅਦਾਰਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਬਚਨ ਕਰਦੇ ਨੇ ਕਿ ਮਹਾਰਾਜ ਸੁੰਨ ਸਮਾਧੀਆਂ ਦੇ ਦਰਸ਼ਨ ਕਰਾਓ, ਸੁੰਨ ਸਮਾਧੀਆਂ ਦੇ ਵੀ ਦਰਸ਼ਨ ਕਰਾਓ। ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਭੇਜਿਆ। ਹੁਣ ਜਿਸ ਧਰਤੀ 'ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਜਾ ਰਹੇ ਨੇ, ਉਹਨਾਂ ਨੂੰ ਪਹਿਲੇ ਦਰਸ਼ਨ ਹੁੰਦੇ ਨੇ ਜਿਨ੍ਹਾਂ ਦੇ ਮੂੰਹ ਸਾਰੇ ਕਾਲੇ ਨੇ। ਬਹੁਤ ਸਾਰੇ ਲੋਕ ਨਜ਼ਰ ਆਏ ਜਿਨ੍ਹਾਂ ਦੇ ਮੂੰਹ ਕਾਲੇ ਨੇ। ਇਤਿਹਾਸ 'ਚ ਆਉਂਦਾ ਸਾਧ ਸੰਗਤ ਜੀ ਇਹ। ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਛਦੇ ਨੇ ਵੀ ਤੁਸੀਂ ਸੁੰਨ ਸਮਾਧੀ ਹੋ? ਕਹਿੰਦੇ ਨਹੀਂ ਜੀ, ਅਸੀਂ ਤੇ ਉਹ ਬੰਦੇ ਆ ਜਿਹੜੇ ਕਰਜ਼ਾ ਲੈ ਕੇ ਮੁੱਕਰ ਗਏ ਤੇ ਸਾਡੇ ਮੂੰਹ ਪਰਮਾਨੈਂਟਲੀ ਕਾਲੇ ਹੋ ਗਏ। ਇਤਿਹਾਸ 'ਚ ਆਇਆ। ਗੁਰੂ ਅੰਗਦ ਦੇਵ ਜੀ ਮਹਾਰਾਜ ਹੋਰ ਅੱਗੇ ਜਾਂਦੇ ਆ, ਉਹਨਾਂ ਨੂੰ ਬੰਦੇ ਮਿਲਦੇ ਆ ਜਿਨ੍ਹਾਂ ਦੇ ਗਰਦਨਾਂ ਦੇ ਵਿੱਚ ਕਿੱਲੇ ਠੁੱਕੇ ਹੋਏ ਆ, ਉਹਨਾਂ ਦੇ ਗਰਦਨਾਂ ਦੇ ਵਿੱਚ ਕਿੱਲੇ ਠੁੱਕੇ ਹੋਏ। ਗੁਰੂ ਮਹਾਰਾਜ ਪੁੱਛਦੇ ਨੇ ਕਿ ਤੁਸੀਂ ਸੁੰਨ ਸਮਾਧੀ ਹੋ? ਕਹਿੰਦੇ ਨਹੀਂ ਜੀ, ਅਸੀਂ ਸੁੰਨ ਸਮਾਧੀ ਨਹੀਂ ਹੈਗੇ ਆ, ਅਸੀਂ ਸੁੰਨ ਸਮਾਧੀ ਨਹੀਂ ਹੈਗੇ। ਅਸੀਂ ਉਹ ਹੈਗੇ ਆ ਜਿਹੜੇ ਕਿ ਨਿੰਦਾ ਕਰਦੇ ਨੇ, ਜਿਹੜੇ ਕਿ ਗੁਰੂ ਦਾ ਸਤਿਕਾਰ ਨਹੀਂ ਕਰਦੇ, ਗੁਰੂ ਦੀ ਨਿੰਦਾ ਕਰਦੇ ਨੇ। ਇਸ ਕਰਕੇ ਸਾਡੀ ਗਰਦਨਾਂ ਦੇ ਵਿੱਚ ਕਿੱਲੇ ਠੋਕੇ ਹੋਏ ਆ। ਗੁਰੂ ਮਹਾਰਾਜ ਹੋਰ ਅੱਗੇ ਜਾਉਂਦੇ ਨੇ, ਉਹਨਾਂ ਨੂੰ ਅੱਗੇ ਜਾ ਕੇ ਸੂਅਰ ਦੇ ਮੂੰਹ ਵਾਲੇ ਬੰਦੇ ਮਿਲਦੇ ਨੇ। ਕਹਿੰਦੇ ਨੇ ਤੁਸੀਂ ਸੁੰਨ ਸਮਾਧੀ ਹੋ? ਕਹਿੰਦੇ ਨਹੀਂ ਜੀ, ਅਸੀਂ ਸੁੰਨ ਸਮਾਧੀ ਨਹੀਂ ਹੈਗੇ। ਅਸੀਂ ਉਹ ਹੈਗੇ ਆ, ਇੱਕ ਤੇ ਗੁਰੂ ਮਹਾਰਾਜ ਦੀ ਨਿੰਦਾ ਵਾਲਿਆਂ ਨੂੰ ਕਿੱਲ ਠੋਕੇ, ਅਸੀਂ ਬੰਦਿਆਂ ਦੀ ਨਿੰਦਿਆ ਚੁਗਲੀ, ਆਪਣੀ ਸੱਸਾਂ ਦੀ, ਨੂੰਹਾਂ ਦੀ, ਪਿਓ ਦੀ ਚੁਗਲੀ ਕਰਦੇ ਸੀ। ਇਸ ਕਰਕੇ ਸਾਡੇ ਸੂਅਰ ਦੇ ਮੂੰਹ ਹੋ ਗਏ। ਹੋਰ ਅੱਗੇ ਜਾਉਂਦੇ ਨੇ, ਪੁੱਠੇ ਮੂੰਹ ਵਾਲੇ ਮਿਲਦੇ ਨੇ। ਇਹ ਜਿਹੜੀ ਗੁਰਮੁਖ ਦੀ ਗੱਲ ਆਈ
ਕਹਿੰਦੇ ਤੁਸੀਂ ਸੁਣ ਸਮਾਧੀ ਹੋ? ਕਹਿੰਦੇ ਨਹੀਂ ਜੀ, ਅਸੀਂ ਉਹ ਹਾਂ ਜਿਨ੍ਹਾਂ ਨੇ ਆਪਣਾ ਮੁਖ ਗੁਰੂ ਤੋਂ ਬੇਮੁਖ ਹੋ ਗਏ ਤਾਂ ਸਾਡੇ ਮੁਖ ਪੁੱਠੇ ਹੋ ਗਏ। ਮਹਾਰਾਜ ਕਹਿੰਦੇ ਨੇ ਗੁਰਮੁਖ ਧਨ ਖੱਟੀ ਹਰ ਮੇਰਾ ਸਾਹੋ। ਮੇਰੇ ਸ਼ਾਹੇ ਸ਼ਹਿਨਸ਼ਾਹ, ਮੇਰੇ ਸ਼ਾਹੂਕਾਰ, ਮੇਰਾ ਬੈਂਕ, ਮੇਰਾ ਵਰਲਡ ਬੈਂਕ, ਮੇਰਾ ਰਿਜ਼ਰਵ ਬੈਂਕ, ਸਾਰਾ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰ ਇਹ ਸੋਜੀ, ਇਹ ਧਨ ਕਿਹਨੇ ਖੱਟਿਆ? ਇਹ ਗੁਰਮੁਖਾਂ ਨੇ ਖੱਟਿਆ, ਮਨਮੁਖਾਂ ਨੇ ਨਹੀਂ। ਗੁਰੂ ਅੰਗਦ ਦੇਵ ਜੀ ਹੋਰ ਅੱਗੇ ਜਾਉਂਦੇ ਨੇ, ਦੇਖਦੇ ਨੇ ਕਿ ਬੀਬੀਆਂ ਇਸਤਰੀਆਂ ਬੰਦਿਆਂ ਦਾ ਮਾਸ ਖਾ ਰਹੀਆਂ। ਕਹਿੰਦੇ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸੁਣ ਸਮਾਧੀ? ਨਹੀਂ ਮਹਾਰਾਜ, ਅਸੀਂ ਉਹ ਬੱਚੀਆਂ ਆ ਜਿਨ੍ਹਾਂ ਦੇ ਪਿਓਆਂ ਨੇ ਸਾਡਾ ਹੱਕ ਖਾਧਾ, ਸਾਡੇ ਨਾਮ ਤੇ ਪੈਸੇ ਖਾਧੇ, ਸਾਡੇ ਕੋਲੋਂ ਦਾਜ ਲਏ, ਸਾਡੇ ਇਹ ਉਹ ਨੇ। ਇਹਨਾਂ ਨੇ ਸਾਡੇ ਜਿਨ੍ਹਾਂ ਪਿਓਆਂ ਨੇ ਸਾਡੀ ਮਾਸ ਨੂੰ ਵੇਚਿਆ, ਸਾਨੂੰ ਵੈਸ਼ਵਾ ਬਣਾਇਆ, ਅਸੀਂ ਉਹ ਹੈਗੇ। ਅੱਗੇ ਜਾਉਂਦੇ ਨੇ ਕੁਝ ਸੱਜਣ ਥੱਲੇ ਆ ਰਹੇ ਨੇ ਸੱਚਖੰਡ ਤੋਂ, ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਛਦੇ ਨੇ ਆਪ ਜੀ, ਕਹਿੰਦੇ ਅਸੀਂ ਸੁਣ ਸਮਾਧੀ ਹਾਂ। ਕਹਿੰਦੇ ਤੁਸੀਂ ਇਸ ਟਾਈਮ ਰਹਿਰਾਸ ਦਾ ਟਾਈਮ ਹੈਗਾ, ਸ਼ਾਮ ਸੰਧਿਆ ਦਾ ਸਮਾਂ ਹੈ, ਤੁਸੀਂ ਥੱਲੇ ਕਿਸ ਤਰ੍ਹਾਂ? ਕਹਿੰਦੇ ਜਦੋਂ ਸੋਦਰ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀ, ਉਸ ਸਮੇਂ ਤੋਂ ਸੋਦਰ ਸੰਧਿਆ ਦਾ ਜਾਪ ਸੱਚਖੰਡ 'ਚ ਹੋਣਾ ਸ਼ੁਰੂ ਹੋਇਆ। ਪਰ ਅਸੀਂ ਸੁਣ ਸਮਾਧੀ ਅਵਸਥਾ ਸਾਧ ਸੰਗਤ ਜੀ ਉਹਨਾਂ ਦੇ ਕਣ ਕਣ ਦੇ ਵਿੱਚੋਂ ਨਾਮ ਦਾ ਜਾਪ ਆਉਂਦਾ ਹੈ। ਕਹਿੰਦੇ ਅਸੀਂ ਆਪਣੇ ਹੰਕਾਰ 'ਚ ਸੀਗੇ ਕਿ ਅਸੀਂ ਤੇ ਜਾਪ ਕਰ ਰਹੇ ਹਾਂ, ਸਾਨੂੰ ਸੋਦਰ ਦੀ ਕੋਈ ਲੋੜ ਨਹੀਂ, ਸਾਨੂੰ ਰਹਿਰਾਸ ਦੀ ਕੋਈ ਲੋੜ ਨਹੀਂ, ਅਸੀਂ ਤੇ ਆਪਣਾ ਜਾਪ ਕਰ ਰਹੇ ਹਾਂ। ਇਸ ਕਰਕੇ ਉਸ ਸਮੇਂ ਅਸੀਂ ਬਾਹਰ ਉੱਠ ਕੇ ਆ ਗਏ, ਔਰ ਉਸ ਦਿਨ ਤੋਂ ਸਾਨੂੰ ਦੁਬਾਰਾ ਐਂਟਰੀ ਮਿਲੀ ਹੋਈ ਨਹੀਂ। ਅਸੀਂ ਕਿਸ ਮੂੰਹ ਨਾਲ ਅੰਦਰ ਜਾਈਏ ਕਿ ਅਸੀਂ ਗੁਰੂ ਮਹਾਰਾਜ ਦੇ ਬਚਨ ਮੰਨੇ ਹੀ ਨਹੀਂ। ਤਾਂ ਅਸੀਂ ਗੁਰਮੁਖ ਬਣੇ, ਮਨਮੁਖ ਨੇ। ਗੁਰ ਕਿਰਪਾ ਤੇ ਇਹ ਮਤ ਆਵੈ, ਇਹ ਮਤ ਕਿ ਹਰੀ ਸਾਡਾ ਮਿੱਤਰ ਹੈ, ਇਹ ਮਤ ਕਿ ਹਰੀ ਸਾਡਾ ਪਰਮ ਨਿਧਾਨ ਹੈ, ਇਹ ਮਤ ਕਿ ਹਰੀ ਦੀ ਸੇਵਾ ਕਰਕੇ ਹੀ ਸਾਰੀ ਖੁਸ਼ੀਆਂ ਮਿਲਣੀਆਂ, ਇਹ ਮਤ ਕਿ ਸਾਡੀ ਇਨਵੈਸਟਮੈਂਟ, ਸਾਡਾ ਬੈਂਕ, ਸਾਡਾ ਕ੍ਰੈਡਿਟ ਕਾਰਡ ਸਭ ਕੁਝ ਹਰੀ ਹੈ। ਗੁਰ ਕਿਰਪਾ ਤੇ ਜੇ ਗੁਰੂ ਬਖਸ਼ਿਸ਼ ਕਰ ਦੇਵੇ ਤਾਂ ਜਾ ਕੇ ਇਹੋ ਮਤ ਆਵੇ। ਸਾਧ ਸੰਗਤ ਜੀ, ਸਮਾਂ ਸਾਡਾ ਸਮਾਪਤ ਹੋਣ ਲੱਗਾ, 2 ਮਿੰਟ ਰਹਿ ਗਏ ਆ। ਗੁਰੂ ਚਾਹੇ ਤੇ ਇਹੋ ਜੀ ਮਤ ਦੇ ਦਿੰਦੇ ਆ ਕਿ ਮਰਨ ਤੋਂ ਬਾਅਦ ਵੀ ਗੁਰਸਿੱਖ ਆਪਣੀ ਰਹਿਤ ਮਰਿਆਦਾ ਵਿੱਚ ਪੱਕੇ ਰਹਿੰਦੇ ਆ। ਮੌਤ ਹੋ ਚੁੱਕੀ ਹੈ, ਉਸ ਤੋਂ ਬਾਅਦ ਵੀ ਬੇਅੰਤ ਐਗਜ਼ਾਮਪਲ ਇਤਿਹਾਸ ਦੇ ਵਿੱਚ ਆਏ ਨੇ। ਇੱਕ ਛੋਟਾ ਜਿਹਾ ਐਗਜ਼ਾਮਪਲ ਭਾਈ ਸੰਤ ਰਾਮ ਜੀ ਹੋਏ ਗੁਰੂ ਅਰਜਨ ਦੇਵ ਜੀ ਦੇ ਟਾਈਮ 'ਤੇ। ਜਹਾਂਗੀਰ ਦੀ ਕੁੜੀ ਉਹਨਾਂ ਦੇ ਉੱਪਰ ਲੱਟੂ ਹੋ ਗਈ ਔਰ ਕਹਿੰਦੀ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਹੈ। ਅਸੀਂ ਬਹੁਤ ਸ਼ਾਰਟ ਵਿੱਚ ਕਹਿ ਰਹੇ ਹਾਂ, 1 ਮਿੰਟ ਰਹਿ ਗਿਆ। ਜਹਾਂਗੀਰ ਦੀ ਕੁੜੀ ਨੂੰ ਲਾਲਚ ਹੋਇਆ, ਪਰ ਭਾਈ ਸੰਤ ਰਾਮ ਜੀ ਆਪਣੀ ਸਿੱਖੀ ਵਿੱਚ ਪੱਕੇ ਰਹੇ, ਜੋ ਕਿ ਸੁਖਮਨੀ ਸਾਹਿਬ ਦਾ ਜਾਪ ਕਰਦੇ ਸੀਗੇ। ਭਾਈ ਸੰਤ ਰਾਮ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਜਹਾਂਗੀਰ ਦੇ ਸਾਹਮਣੇ ਉਹਨਾਂ ਦਾ ਕਟਿਆ ਹੋਇਆ ਸਿਰ ਪੇਸ਼ ਕੀਤਾ ਗਿਆ, ਔਰ ਜਦੋਂ ਕੁੜੀ ਜਹਾਂਗੀਰ ਦੀ ਕੁੜੀ ਸਿਰ ਨੂੰ ਹੱਥ ਲਗਾਉਣ ਲੱਗੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ, ਸਵਾ ਗਲਿਸਟ ਸਿਰ ਉਠਿਓ ਤਉ ਨਾ ਕਬੂਲੀ ਨਾਰ। ਕਟਾ ਹੋਇਆ ਸਿਰ ਵੀ 1.5 ਫੁੱਟ ਉੱਪਰ ਉੱਠ ਗਿਆ, ਲੇਕਿਨ ਉਹਨੇ ਪਰਾਈ ਇਸਤਰੀ ਆਪਣੇ ਹੱਥ ਨੂੰ ਛੂਹਣ ਨਹੀਂ ਦਿੱਤੀ। ਇਹ ਹੈ ਗੁਰਮੁਖਾਂ ਦੀ ਨਿਸ਼ਾਨੀ। ਜਨ ਨਾਨਕ ਹਰ ਕੈ ਅੰਕ ਸਮਾਵੈ। ਔਰ ਗੁਰੂ ਮਹਾਰਾਜ ਅਖੀਰ 'ਚ ਬਚਨ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪਣਾ ਰੈਫਰੈਂਸ ਦੇ ਕੇ ਕਰਦੇ ਨੇ ਕਿ ਸਾਨੂੰ ਦੇ ਬਸ ਆਪਣੇ ਅੰਦਰ ਸਮਾ ਲਵੋ, ਸਾਡਾ ਅੰਗ, ਸਾਡਾ ਅੰਸ਼, ਸਾਡਾ ਰੋਮ ਰੋਮ ਹਰੀ ਦੇ ਵਿੱਚ ਸਮਾ ਜਾਵੇ। ਸਾਡੀ ਇਹੀ ਬੇਨਤੀਆਂ, ਸਾਡੀਆਂ ਇਹੀ ਅਰਦਾਸਾਂ ਨੇ। ਸਾਧ ਸੰਗਤ ਜੀ, ਅਸੀਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਇਹੀ ਅਰਦਾਸਾਂ ਕਰੀਏ, ਆਪਣੀਆਂ ਭੁੱਲਾਂ ਚੁੱਕਾਂ ਦੀਆਂ ਗਲਤੀਆਂ ਮੰਗਦੇ ਹੋਏ। ਆਪ ਸਾਰਿਆਂ ਕੋਲੋਂ ਅਸੀਸ ਮੰਗਦੇ ਆ, ਮਹਾਰਾਜ ਗਲਤੀਆਂ ਦੀ ਮਾफ़ੀ ਬਖਸ਼ਣ, ਆਪ ਜੀ ਦੇ ਜੋੜੇ ਝਾੜਨ ਦਾ ਸੇਵਾ ਮੌਕਾ ਮਿਲਦਾ ਰਹੇ। ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।